ਸਾਰੇ ਇੰਡੀਆ ਨੂੰ ਯੂਨਾਈਟ ਕਰਕੇ ਉਹਦੇ ਵਿੱਚੋਂ ਬਣੇ ਸੀਗੇ। ਇਹਨਾਂ ਨੂੰ ਕੋਈ ਸਮਝ ਹੀ ਹੈ ਨਹੀਂ ਹੈ ਜੀ। ਉਹ ਕਹਿੰਦੇ ਵਿਜ਼ਨ ਹੈ ਨਹੀਂ ਕਿ ਟੋਬੇ ਦਾ ਡੱਡੂ ਜਿਹੜਾ ਹੁੰਦਾ ਨਾ, ਕਹਿੰਦੇ ਹੈ ਖਾਲਿਸਤਾਨ, ਉਹ ਤੁਹਾਡਾ ਪਿਓ ਚਲਾਏਗਾ ਖਾਲਿਸਤਾਨ, ਗੁਰਦੁਆਰਾ ਤਾਂ ਤੁਹਾਡੇ ਚੱਲਦਾ ਨਹੀਂ। ਜੇ ਤੁਸੀਂ ਰੈਫਰੈਂਡਮ ਕਰਨਾ, ਤੁਸੀਂ ਇੰਡੀਆ ਆਓ, ਇੰਡੀਆ ਇਜ਼ ਏ ਡੈਮੋਕ੍ਰੈਟਿਕ ਕੰਟਰੀ, ਪੋਲੀਟੀਕਲ ਪਾਰਟੀ ਬਣਾਓ ਕਿ ਅਸੀਂ ਸੈਪਰੇਟ, ਜਿੱਦਾਂ ਸਕਾਟਲੈਂਡ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਜੇ ਜਿੱਤ ਗਏ ਤਾਂ ਅਸੀਂ ਸੈਪਰੇਟ ਹੋਵਾਂਗੇ। ਤੁਸੀਂ ਪੋਲੀਟੀਕਲ ਪਾਰਟੀ ਬਣਾਓ ਆ ਕੇ, ਫਿਰ ਤੁਸੀਂ ਦੇਖੋ ਕਿ ਤੁਹਾਨੂੰ ਵੋਟਾਂ ਪੈਂਦੀਆਂ ਕਿ ਜੁੱਤੀਆਂ ਪੈਂਦੀਆਂ। ਤੁਸੀਂ ਬਾਹਰ ਆ ਕੇ ਫੋਰਨ ਪਾਸਪੋਰਟ ਲੈਂਦੇ। ਗੁਰੂ ਗੋਬਿੰਦ ਸਿੰਘ ਜਦ ਲੜ ਰਹੇ ਸੀਗੇ ਇੰਡੀਆ ਦੇ ਵਿੱਚ ਹਿਊਮਨ ਰਾਈਟਸ ਵਾਸਤੇ, ਰਿਲੀਜੀਅਸ ਫਰੀडम ਵਾਸਤੇ, ਉਹ ਕੋਈ ਬਾਹਰ ਦਾ ਪਾਸਪੋਰਟ ਲੈ ਕੇ ਲੜ ਰਹੇ ਸੀਗੇ। ਜੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ, ਉਹ ਸਿੱਖਾਂ ਵਾਸਤੇ ਦਿੱਤੀ ਸੀ ਕਿ ਉਹ ਦਿੱਲੀ ਕੈਪੀਟਲ ਆਫ ਇੰਡੀਆ ਦਿੱਤੀ ਸੀ? ਦਿਮਾਗ ਹੀ ਹੈ ਨਹੀਂ। ਮੈਂ ਤਾਂ ਹੈਰਾਨ ਹੈਗਾ, ਇੰਨਾ ਵੱਡਾ ਯੂਨੀਵਰਸਲ ਰਿਲੀਜਨ, ਸਾਰੀ ਦੁਨੀਆ ਨੂੰ ਯੂਨਾਈਟ ਕਰਨ ਵਾਸਤੇ ਸਿੱਖ ਰਿਲੀਜਨ ਬਣਿਆ, ਇੰਟਰਫੇਥ ਦੇ ਉੱਤੇ ਡਿਪੈਂਡੈਂਟ ਹੈ। ਹਰ ਧਰਮ ਦੀ ਟੀਚਿੰਗ ਗੁਰੂ ਗ੍ਰੰਥ ਸਾਹਿਬ ਤੇ ਹੈ। ਤੁਸੀਂ ਪਹਿਲੇ ਉਹ ਗ੍ਰੰਥ ਸਾਹਿਬ ਹਿੰਦੂਆਂ ਦੀ ਟੀਚਿੰਗ ਕੱਢੋਗੇ, ਮੁਸਲਮਾਨ ਦੀ ਟੀਚਿੰਗ ਕੱਢੋਗੇ, ਹੈ ਜੀ? ਤੁਸੀਂ ਕੀ ਕਰੋਗੇ? ਮੈਂ ਤਾਂ ਇਹਨਾਂ ਤੋਂ ਉਹ ਕਹਿੰਦੇ ਇਹਨਾਂ ਦੀ ਕੋਈ ਸੋਚ ਹੀ ਹੈ ਨਹੀਂ ਕਿ ਸਾਡੇ ਗੁਰੂ ਨਾਨਕ ਨੇ ਜਗ੍ਹਾ ਜਗ੍ਹਾ ਤੋਂ ਬਾਣੀ ਲਿਆ ਕੇ ਗ੍ਰੰਥ ਸਾਹਿਬ ਪਾਈ ਤਾਂ ਕਿ ਸਾਨੂੰ ਅੱਗੇ ਵਧੀਏ, ਸਾਨੂੰ ਕੋਈ ਨੌਲੇਜ ਮਿਲੇ। ਸਾਨੂੰ ਇੰਨਾ ਵਧੀਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਿੱਤਾ ਜਿਹਦੇ ਦੁਨੀਆ ਦੇ ਚੰਗੇ ਚੰਗੇ ਵਿਦਵਾਨਾਂ ਦੀ ਟੀਚਿੰਗ ਹੈ। ਉਹ ਤੁਸੀਂ ਪਹਿਲੇ ਕੱਢੋ, ਹੈ ਜੀ? ਤੁਸੀਂ ਗੁਰੂ ਸਾਨੂੰ ਸਾਰੀ ਜ਼ਿੰਦਗੀ ਜੋੜਦਾ ਰਹਿ ਗਿਆ, ਤੁਸੀਂ ਤੋੜਨ ਤੇ ਲੱਗੇ ਹੋ, ਹੈ ਜੀ? ਤੁਸੀਂ ਗੁਰੂਆਂ ਤੋਂ ਜ਼ਿਆਦਾ ਵਿਜ਼ਨਰੀ ਹੋ, ਹੈ ਜੀ? ਜਦੋਂ ਅਸੀਂ ਗੁਰੂਆਂ ਦੇ ਪਿੱਛੇ ਸੀ ਸਾਡੀ ਇੱਜ਼ਤ ਹੁੰਦੀ ਸੀ, ਜਦੋਂ ਅਸੀਂ ਸੰਤਾਂ ਦੇ ਮਗਰ ਲੱਗੇ ਸਾਡਾ ਕੀ ਸਤਿਆਨਾਸ਼ ਹੋਇਆ ਪੰਜਾਬ ਵਿੱਚ, ਤੁਹਾਨੂੰ ਪਤਾ ਹੀ ਹੈਗਾ। ਇਹ ਤਾਂ ਸਾਨੂੰ ਤਬਾਹ ਕਰਨ ਤੇ ਲੱਗੇ ਨੇ ਕਿ ਕੋਈ ਡਿਸਲੋਇਲ ਬੰਦੇ ਨੂੰ ਕੋਈ ਜੌਬ ਦਿੰਦਾ ਹੈ, ਡਿਸਲੋਇਲ ਬੰਦੇ ਨੂੰ ਕੋਈ ਤਰੱਕੀ ਦਿੰਦਾ ਹੈ। ਤੁਸੀਂ ਉੱਥੇ ਬੈਠੇ ਹੋ ਫੋਰਨ ਪਾਸਪੋਰਟ ਲੈ ਕੇ, ਤੁਸੀਂ ਉਹਨਾਂ ਦੀ ਬੇੜੀਆਂ 'ਚ ਵੱਟੇ ਪਾ ਰਹੇ ਜਿਨ੍ਹਾਂ ਦੇ ਕੋਲੇ ਲਗਜ਼ਰੀ ਨਹੀਂ ਹੈਗੀ, ਜਿਨ੍ਹਾਂ ਨੇ ਪੰਜਾਬ 'ਚ ਰਹਿਣਾ ਹੈ, ਜਿਹੜੇ ਪੰਜਾਬ ਨਹੀਂ ਛੱਡ ਸਕਦੇ, ਉਹਨਾਂ ਦੀ ਤੁਸੀਂ ਰੈਪੂਟੇਸ਼ਨ ਕੀ ਕਰ ਰਹੇ ਹੋ? ਔਰ ਸਾਰੇ ਕਹਿਣਗੇ ਸਿੱਖ ਸੈਪਰੇਟਿਸਟ ਹੈਗੇ। ਅਜੇ ਕਿ ਹੈਂਡਫੁਲ ਆਫ ਪੀਪਲ ਹੈ। ਸਿੱਖਾਂ ਨੇ ਇੰਡੀਆ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ। ਜੇ ਤੁਸੀਂ ਲੈਣਾ ਪੰਜਾਬ, ਪਹਿਲੇ ਪਾਕਿਸਤਾਨ ਤੋਂ ਲਓ ਜਿੱਥੇ ਗੁਰੂ ਤੁਹਾਡਾ ਜੰਮਿਆ ਸੀਗਾ, ਪਹਿਲੇ ਜਾ ਕੇ ਲਾਹੌਰ ਨੂੰ ਕੈਪਚਰ ਕਰੋ, ਮੈਂ ਵੀ ਤੁਹਾਨੂੰ ਸਾਥ ਦਿਆਂਗਾ। ਫਿਰ ਇੱਥੇ ਜਦੋਂ ਰੈਫਰੈਂਡਮ ਵਾਸਤੇ ਆ ਰਹੇ ਸੀ ਤਾਂ ਮੈਂ ਬੋਰਡ ਜਨਰਲ ਪਾਰਲੀਮੈਂਟ ਪੁੱਛਿਆ ਸੀ ਕਿ ਸਾਡਾ ਗੌਰਮੈਂਟ ਦਾ ਅਸੀਂ ਜਿਹੜੇ ਖਾਲਿਸਤਾਨੀ ਸੈਪਰੇਟ ਸਾਡੀ ਗੌਰਮੈਂਟ ਨੂੰ ਸਪੋਰਟ ਕਰਦੀ ਹੈ। ਉਹ ਕਹਿੰਦਾ ਕਦੀ ਨਹੀਂ, ਬਿਲਕੁਲ ਨਹੀਂ ਕਰਦੇ ਸੀ ਸਪੋਰਟ। ਵੀ ਆਰ ਵਿਦ ਇੰਡੀਆ। ਹੁਣ ਇੰਡੀਆ ਤੇ UK ਦਾ ਫ੍ਰੀ ਟ੍ਰੇਡ ਹੋਣ ਵਾਲਾ ਹੈ, ਫ੍ਰੀ ਟ੍ਰੇਡ। ਇਟ ਵਿਲ ਬੀ ਦ ਮਦਰ ਆਫ ਆਲ ਫ੍ਰੀ ਟ੍ਰੇਡ। ਇਹ ਛੋਟੀ ਛੋਟੀ ਕੰਟਰੀਆਂ ਜਾਏਗਾ। ਨੰਬਰ 5 ਨੰਬਰ 6 ਇਕੋਨਮੀ ਆਫ ਦ ਵਰਲਡ। ਐਡੀ ਵੱਡੀ ਇਕੋਨਮੀਆਂ ਦੀ ਜਦੋਂ ਦੋਸਤੀ ਹੁੰਦੀ ਹੈ ਕਿ ਕਿੰਨਾ ਫਾਇਦਾ ਹੋਣਾ ਸਿੱਖਾਂ ਨੂੰ ਵੀ, ਹੈ ਜੀ? ਸਿੱਖਾਂ ਨੂੰ ਪੰਜਾਬ 'ਚ ਵੀ ਫਾਇਦਾ ਹੋਣਾ। ਫ੍ਰੀ ਟ੍ਰੇਡ। ਸਿੱਖ ਦੇ ਕੋਲ ਪਾਸਪੋਰਟ ਹੈ ਇੰਡੀਆ ਦਾ ਪਾਸਪੋਰਟ, ਸਲੂਟ ਪੈਂਦੇ ਜਿੱਥੇ ਮਰਜ਼ੀ ਜਾਏ। ਜਦੋਂ ਖਾਲਿਸਤਾਨ ਦਾ ਪਾਸਪੋਰਟ ਹੋਏਗਾ, ਜਿਹਦਾ ਨੇਪਾਲ ਦਾ ਜਾਂ ਬੰਦਾ ਜਾਂ ਭੂਟਾਨ ਦਾ ਜਾਂ ਸਿੱਕਮ ਦਾ ਬੰਦਾ, ਕੀ ਵੈਲਿਊ ਹੈ? ਤਾਂ ਇਹਨਾਂ ਨੂੰ ਚਾਹੀਦਾ, ਅੱਜ ਕੱਲ੍ਹ ਚੜ੍ਹਦੇ ਸੂਰਜ ਇਸਲਾਮ ਹੈ। ਸਤਿ ਸ਼੍ਰੀ ਅਕਾਲ। ਨਿਊਜ਼ ਸਟੇਟਲਾਈਨ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। 18 ਸਤੰਬਰ ਨੂੰ ਕੈਨੇਡਾ ਦੇ ਬ੍ਰਾਂਪਟਨ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਤੇ ਭਾਰਤ ਸਰਕਾਰ ਨੇ ਕੜਾ ਇਤਰਾਜ਼ ਜਤਾਇਆ। ਸਵਾਲ ਚੁੱਕਿਆ ਹੈ ਕਿ ਕੈਨੇਡਾ ਵਰਗੇ ਮਿੱਤਰ ਦੇਸ਼ ਵਿੱਚ ਅਤਵਾਦੀ ਅੰਸਰਾਂ ਵੱਲੋਂ ਸਿਆਸੀ ਤੌਰ ਤੇ ਪ੍ਰੇਰਿਤ ਹਰਕਤਾਂ ਦੀ ਇਜਾਜ਼ਤ ਕਿਵੇਂ ਦਿੱਤੀ ਜਾਂਦੀ ਹੈ ਅਤੇ ਇਸ ਨੂੰ ਹਾਸੋਹੀਣੀ ਕਰਾਰ ਦਿੱਤਾ ਹੈ। ਭਾਰਤ ਵੱਲੋਂ ਅਤਵਾਦੀ ਸੰਗਠਨ ਐਲਾਨੇ ਗਏ SFJ ਵੱਲੋਂ ਦਰਅਸਲ ਕੈਨੇਡਾ ਤੇ ਬ੍ਰਾਂਪਟਨ ਵਿੱਚ ਇੱਕ ਜਨਮਤ ਸੰਗ੍ਰਹਿ ਕਰਵਾਇਆ ਗਿਆ ਤੇ ਦਾਅਵਾ ਕੀਤਾ ਗਿਆ ਕਿ ਇਸ ਵਿੱਚ 1 ਲੱਖ ਤੋਂ ਵੱਧ ਲੋਕ ਇਕੱਠੇ ਹੋਏ। ਇਸ ਤੋਂ ਪਹਿਲਾਂ ਲੰਡਨ, ਇਟਲੀ, ਜੈਨੇਵਾ ਤੇ UK ਦੇ ਹੋਰ ਕਈ ਸ਼ਹਿਰਾਂ ਵਿੱਚ ਵੀ SFJ ਅਜੇ ਇਕੱਠ ਕਰ ਚੁੱਕੀ ਹੈ। ਅੱਜ ਰਿਐਲਿਟੀ ਬਾਈਟਸ ਵਿੱਚ ਇਸੇ ਮੁੱਦੇ ਤੇ ਗੱਲ ਕਰਾਂਗੇ ਇੱਕ ਬੇहद ਖਾਸ ਸ਼ਖਸੀਅਤ ਦੇ ਨਾਲ। ਭਾਰਤੀ ਮੂਲ ਦੇ ਬ੍ਰਿਟਿਸ਼ ਰਾਜਨੇਤਾ, ਉੱਘੇ ਬਿਜ਼ਨਸਮੈਨ ਅਤੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਲਾਰਡ ਰਾਮੀ ਰੇਂਜਰ CBE ਆਫ ਮੇਫੇਅਰ ਸਾਡੇ ਨਾਲ ਜੁੜ ਰਹੇ ਨੇ। ਸੋ ਤੁਹਾਡੇ ਬਾਰੇ ਕਹਿ ਸਕਦੇ ਹਾਂ ਪਾਕਿਸਤਾਨ ਦੀ ਪੈਦਾਇਸ਼ ਹੈ ਲੇਕਿਨ ਪਲੇ ਬੜੇ ਤੁਸੀਂ ਪੰਜਾਬ ਵਿੱਚ ਔਰ ਬ੍ਰਿਟੇਨ ਵਿੱਚ ਰਹਿੰਦੇ ਹੋ, ਪਰ ਦਿਲ ਜਿਹੜਾ ਹੈ ਉਹ ਹਿੰਦੁਸਤਾਨ ਲਈ, ਪੰਜਾਬ ਲਈ ਧੜਕਦਾ ਹੈ। ਨਹੀਂ, ਇਹ ਬੜੀ ਇੰਪੋਰਟੈਂਟ ਗੱਲ ਹੈ। ਦੇਖੋ, ਮੇਰੇ 5 ਬ੍ਰਦਰ ਆਰਮੀ 'ਚ ਕਮਿਸ਼ਨਡ ਆਫਿਸਰ ਸੀ। ਮੇਰੇ ਫਾਦਰ ਨੂੰ ਸ਼ਹੀਦ ਕਰਤਾ ਸੀ 1947 ਕਿਉਂਕਿ ਹੀ ਕੁਡ ਟੈਲ ਕਿ ਜਿਹੜਾ ਰਿਲੀਜੀਅਸ ਡਿਸਹਾਰਮਨੀ ਹੈ, ਰਿਲੀਜਨ ਨੂੰ ਨਾ ਯੂਜ਼ ਕਰੋ, ਇਹ ਪ੍ਰਾਈਵੇਟ ਮੈਟਰ ਹੈ, ਇਹਦੇ ਨਫ਼ਰਤ ਪਾਉਣ ਦੀ ਕੋਈ ਗੱਲ ਨਹੀਂ।
ਇਫ ਉਹ ਕਹਿੰਦੇ ਸੀ ਜਿਨ੍ਹਾਂ ਸਾਹਿਬ ਨੂੰ ਕਿ ਇਫ ਯੂ ਕ੍ਰੀਏਟ ਅ ਕੰਟਰੀ ਔਨ ਦ ਬੇਸਿਸ ਆਫ ਹੇਟਰੇਡ ਫॉर ਅਦਰਸ ਹਾਊ ਵਿਲ ਯੂ ਰਿਮੂਵ ਇਟ। ਇੱਕ ਨਫ਼ਰਤ से ਬਣੀ ਚੀਜ਼ ਨਫ਼ਰਤ ਨਾਲ ਅੱਗੇ ਫੈਲੇਗੀ। ਇਸ ਖਿੱਤੇ ਦੇ ਵਿੱਚ, ਇਸ ਸਬ ਕੰਟੀਨੈਂਟ ਦੇ ਵਿੱਚ ਕਦੀ ਤੁਹਾਨੂੰ ਪੀਸ ਨਹੀਂ ਨਜ਼ਰ ਆਏਗਾ, ਕਿਉਂਕਿ ਤੁਸੀਂ ਨਫ਼ਰਤ ਦੇ ਉੱਤੇ ਕੰਟਰੀ ਖੜੀ ਕਰ ਦਿੱਤੀ ਹੈ। ਤੁਹਾਨੂੰ ਨਫ਼ਰਤ ਕ੍ਰੀਏਟ ਕਰਨੀ ਪਏਗੀ ਟੂ ਰਿਮੇਨ। ਅੱਜ ਪਾਕਿਸਤਾਨ ਇੰਡੀਆ ਦੀ ਦੋਸਤੀ ਹੋ ਜਾਏ, ਪਾਕਿਸਤਾਨ ਦਾ ਕੀ ਰਹਿ ਜਾਏਗਾ ਹਾਲ, ਹੈ ਜੀ, ਖਤਮ ਹੋ ਜਾਏਗਾ। ਇਸ ਕਰਕੇ ਉਹਨਾਂ ਨੇ ਕਦੀ ਦੋਸਤੀ ਕਰਨੀ ਨਹੀਂ। ਨਫ਼ਰਤ ਨਾਲ ਬਣੀ ਚੀਜ਼ ਨਫ਼ਰਤ ਨਾਲ ਅੱਗੇ ਵੱਧਦੀ ਹੈ। ਤੇ ਸਿੱਖਾਂ ਨੂੰ ਚਾਹੀਦਾ, ਤੁਹਾਨੂੰ ਗੌਰਮੈਂਟ ਆਫ ਇੰਡੀਆ, ਤੁਸੀਂ ਦੇਖੋ ਸਾਰੇ ਪੰਜਾਬ ਦੇ ਵਿੱਚੋਂ ਤੁਸੀਂ ਜਿੱਦਾਂ ਪਾਕਿਸਤਾਨ ਨੇ ਕੰਪੀਟੀਸ਼ਨ ਐਲੀਮੀਨੇਟ ਕਰਤਾ ਹੈ, ਹਿੰਦੂਆਂ ਨੂੰ ਕੱਢ ਦਿਓ, ਕ੍ਰਿਸਚਨਾਂ ਨੂੰ ਕੱਢ ਦਿਓ, ਮੁਸਲਮਾਨਾਂ ਨੂੰ ਕੱਢ ਦਿਓ, ਤੁਹਾਡੇ ਕੋਲ ਰਹਿ ਕੀ ਜਾਏਗਾ? ਆਪਸ ਵਿੱਚ ਹੀ ਫਿਰ ਤੁਸੀਂ ਝਗੜਾ ਕਰੋਗੇ। ਗੁਰਦੁਆਰੇ ਤੁਹਾਡੇ ਤੋਂ ਸੰਭਾਲੇ ਨਹੀਂ ਜਾਂਦੇ ਤੇ ਤੁਸੀਂ ਕੰਟਰੀ ਸੰਭਾਲ ਲਓਗੇ। ਫਿਰ ਤੁਸੀਂ ਵੀਜ਼ੇ ਮੰਗੋਗੇ ਕਿ ਅਸੀਂ ਦਿੱਲੀ ਜਾਣਾ, ਸਾਨੂੰ ਵੀਜ਼ਾ ਦਿਓ। ਜਾਂ ਕੋਈ ਜਿਹੜਾ ਸਿੱਖ ਯੂਪੀ ਰਹਿੰਦਾ ਉਹ ਕਹੇਗਾ ਜੀ ਮੈਨੂੰ ਵੀਜ਼ਾ ਦਿਓ, ਮੈਂ ਅੰਮ੍ਰਿਤਸਰ ਜਾਣਾ ਹੈ। ਜਾਂ ਕੋਈ ਜਿਹੜਾ ਕੋਈ ਹਿਮਾਚਲ ਰਹਿੰਦਾ ਜਾਂ ਹਰਿਆਣੇ ਰਹਿੰਦਾ, ਉਹ ਤੁਸੀਂ ਵੀਜ਼ਾ ਦੇ ਚੱਕਰ 'ਚ ਕਰੋਗੇ। ਇਸ ਲਈ ਤੁਹਾਡੇ ਸਾਰੇ ਦੇਸ਼ ਦੇ ਵਿੱਚ ਗੁਰਦੁਆਰੇ ਨੇ, ਸਾਰੇ ਦੇਸ਼ ਦੇ ਵਿੱਚ ਗੁਰਦੁਆਰੇ। ਤੁਹਾਡੇ 5 ਧਾਮ ਤੁਸੀਂ ਦੇਖੋ ਕਿੱਥੇ ਹੈਗੇ। ਸਾਡੇ ਸਿੱਖ ਗੁਰੂ ਪਟਨਾ 'ਚ ਪੈਦਾ ਹੋਏ, ਗੁਰੂ ਗੋਬਿੰਦ ਸਿੰਘ ਜੀ ਨੰਦੇੜ ਜਾ ਕੇ ਜੋਤੀ ਜੋਤ ਸਮਾਏ। ਤੁਸੀਂ ਦੇਖੋ ਗੁਰੂ ਪੰਜਾਬ ਵਾਸਤੇ ਲੜ ਰਹੇ ਸੀਗੇ। ਜਿਹੜਾ ਬ੍ਰਦਰਹੁੱਡ ਆਫ ਖਾਲਸਾ ਸੀ ਉਹ ਸਿੱਖਾਂ ਦਾ ਸੀਗਾ। ਉਹ ਸਾਰੇ ਇੰਡੀਆ ਨੂੰ ਯੂਨਾਈਟ ਕਰਕੇ ਉਹਦੇ ਵਿੱਚੋਂ ਬਣੇ ਸੀਗੇ। ਇਹਨਾਂ ਨੂੰ ਕੋਈ ਸਮਝ ਹੀ ਹੈ ਨਹੀਂ, ਹੈ ਜੀ। ਉਹ ਕਹਿੰਦੇ ਨੇ ਵਿਜ਼ਨ ਹੈ ਨਹੀਂ, ਕਿ ਉਹ ਟੋਬੇ ਦਾ ਡੱਡੂ ਜਿਹੜਾ ਹੁੰਦਾ ਨਾ, ਕਹਿੰਦੇ ਹੈ ਖਾਲਸਾ, ਉਹ ਤੁਹਾਡਾ ਪਿਓ ਚਲਾਏਗਾ ਖਾਲਿਸਤਾਨ, ਗੁਰਦੁਆਰਾ ਤਾਂ ਤੁਹਾਡੇ ਤੋਂ ਚੱਲਦਾ ਨਹੀਂ। ਸਵਾਲ ਹੈ ਇਹ ਸਰ, ਖਾਲਿਸਤਾਨ ਰੈਫਰੈਂਡਮ ਦੇ ਨਾਂ ਤੇ ਜਿਹੜਾ ਬ੍ਰਾਂਪਟਨ ਵਿੱਚ ਇਕੱਠ ਹੋਇਆ 18 ਸਤੰਬਰ ਨੂੰ, ਦਾਅਵਾ ਕੀਤਾ ਗਿਆ ਕਿ 1 ਲੱਖ ਤੋਂ ਵੱਧ ਸਿੱਖ ਇਕੱਠੇ ਹੋਏ ਵੋਟਿੰਗ ਲਈ। ਲੰਡਨ ਅਤੇ ਯੂਕੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਅਜੇ ਰੈਫਰੈਂਡਮ ਸਿੱਖਸ ਫॉर ਜਸਟਿਸ ਸੰਸਥਾ ਕਰਾ ਚੁੱਕੀ ਹੈ। ਯੂਕੇ ਦੇ ਸਿੱਖ ਲਾਰਜਲੀ ਇਸ ਬਾਰੇ ਕੀ ਸੋਚਦੇ ਨੇ? ਤੁਸੀਂ ਖੁਦ ਉੱਥੇ ਰਹਿ ਰਹੇ ਹੋ, ਹੋਰ ਕੀ ਏਜੰਡਾ, ਕੀ ਮਕਸਦ ਨਜ਼ਰ ਆਉਂਦਾ ਹੈ? ਖਾਲਿਸਤਾਨ ਦੇ ਏਜੰਡੇ ਨੂੰ ਕੌਣ ਹਵਾ ਦੇ ਰਿਹਾ? ਸਭ ਤੋਂ ਪਹਿਲੇ ਨਾ ਇਹ ਆਪਣੇ ਆਪ ਨੂੰ ਸੈਲਫ ਪ੍ਰਮੋਸ਼ਨ ਦਾ ਹੈਗਾ। ਉਸ ਰੈਫਰੈਂਡਮ ਦਾ ਕੋਈ ਮੀਨਿੰਗ ਹੀ ਹੈ ਨਹੀਂ, ਹੈ ਜੀ। ਜੇ ਤੁਸੀਂ ਰੈਫਰੈਂਡਮ ਕਰਨਾ, ਤੁਸੀਂ ਇੰਡੀਆ ਆਓ, ਇੰਡੀਆ ਇਜ਼ ਏ ਡੈਮੋਕ੍ਰੈਟਿਕ ਕੰਟਰੀ, ਪੋਲੀਟੀਕਲ ਪਾਰਟੀ ਬਣਾਓ ਕਿ ਅਸੀਂ ਸੈਪਰੇਟ, ਜਿੱਦਾਂ ਸਕਾਟਲੈਂਡ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਜੇ ਜਿੱਤ ਗਏ ਤਾਂ ਅਸੀਂ ਸੈਪਰੇਟ ਹੋਵਾਂਗੇ। ਤੁਸੀਂ ਪੋਲੀਟੀਕਲ ਪਾਰਟੀ ਬਣਾਓ ਆ ਕੇ, ਫਿਰ ਤੁਸੀਂ ਦੇਖੋ ਕਿ ਤੁਹਾਨੂੰ ਵੋਟਾਂ ਪੈਂਦੀਆਂ ਕਿ ਜੁੱਤੀਆਂ ਪੈਂਦੀਆਂ। ਤੁਸੀਂ ਬਾਹਰ ਆ ਕੇ ਫੋਰਨ ਪਾਸਪੋਰਟ ਲੈਂਦੇ। ਗੁਰੂ ਗੋਬਿੰਦ ਸਿੰਘ ਜਦ ਲੜ ਰਹੇ ਸੀਗੇ ਇੰਡੀਆ ਦੇ ਵਿੱਚ ਹਿਊਮਨ ਰਾਈਟਸ ਵਾਸਤੇ, ਰਿਲੀਜੀਅਸ ਫਰੀडम ਵਾਸਤੇ, ਉਹ ਕੋਈ ਬਾਹਰ ਦਾ ਪਾਸਪੋਰਟ ਲੈ ਕੇ ਲੜ ਰਹੇ ਸੀਗੇ? ਪਹਿਲੇ ਤਾਂ ਪਾਸਪੋਰਟ ਛੱਡੋ। ਜੇ ਤੁਹਾਨੂੰ ਇੰਨਾ ਪਿਆਰ ਹੈ ਇੰਡੀਆ 'ਚ ਆਓ, ਆ ਕੇ ਆਪਣਾ ਦਲੇਰੀ ਦਿਖਾਓ, ਗੁਰੂਆਂ ਦੀ ਤਰ੍ਹਾਂ ਉੱਥੇ ਬੈਠ ਕੇ ਤੁਸੀਂ ਜਦੋਂ ਜਹਿਦ ਕਰੋ ਤੇ ਆਪਣੇ ਆਪ ਨੂੰ ਆਜ਼ਾਦ ਕਰੋ। ਪਰ ਜਿਹੜਾ ਕੰਟਰੀ ਸੈਕੂਲਰ ਡੈਮੋਕ੍ਰੈਟਿਕ ਹੈ, ਕੌਨਸਟੀਟਿਊਸ਼ਨ ਇਕੁਆਲਿਟੀ ਫॉर ਆਲ ਇਨਕਲੂਡਿੰਗ ਵਿਮਨ is enshrined in the Indian Constitution। ਅੱਜ ਇੰਡੀਆ ਦੀਆਂ ਜਨਾਨੀਆਂ ਦੇਖੋ ਕਿੱਥੇ ਕੰਮ ਕਰੇ। ਤੁਸੀਂ ਤਾਂ ਜਨਾਨੀ ਨੂੰ ਕਹੋਗੇ ਸਿਰ ਵੀ ਕਵਰ ਕੀਤਾ, ਇਹ ਨਹੀਂ ਕੀਤਾ, ਤੇਰੀ ਦਾੜੀ ਨੂੰ ਰੰਗ ਨਹੀਂ ਲਾਇਆ, ਦਾੜੀ ਟ੍ਰਿਮ ਕਰ ਲਈ, ਮੈਨੂੰ ਤਾਂ ਸਿੱਖ ਸਮਝਣਗੇ ਹੀ ਨਹੀਂ। ਸਾਹਿਬ ਜਿਹੜੇ ਨਾਮ ਸੌਰੀ ਸਾਹਿਬਧਾਰੀ ਸਿੱਖ ਨੇ, ਜਿੱਦਾਂ ਸਿੰਧੀ ਲੋਕ ਨੇ, ਉਹ ਗੁਰੂ ਨਾਨਕ ਨੂੰ ਮੰਨਦੇ ਨੇ, ਹੈ ਜੀ। ਉਹ ਇੰਨੀ ਗੁਰੂਆਂ ਦੇ ਨਾਲ ਉਹਨਾਂ ਦੀ ਸ਼ਰਧਾ ਹੈਗੀ, ਹਰ ਸਿੰਧੀ ਘਰ 'ਚ ਗੁਰੂ ਗ੍ਰੰਥ ਸਾਹਿਬ ਉਹ ਚੁਕਾ ਦੇਣਗੇ ਕਿ ਤੁਸੀਂ ਨਹੀਂ ਰੱਖ ਸਕਦੇ। ਇਹ ਜਿਹੜਾ ਰਿਲੀਜਨ ਦਾ ਪਾਥ ਹੈ ਬੜਾ ਡੇਂਜਰਸ ਹੈ। ਔਰ ਜਿਹੜੇ ਅਨਪੜ੍ਹ ਲੋਕ ਜਿਨ੍ਹਾਂ ਕੋਲ ਜ਼ਿਆਦਾ ਸਿੰਬਲਾਈਜ਼ਿੰਗ ਹੈ ਕਿ ਜਿਹੜੇ ਜ਼ਿਆਦਾ ਦਿਖਾ ਸਕਣਗੇ ਕਿ ਮੈਂ ਜ਼ਿਆਦਾ ਰਿਲੀਜੀਅਸ ਹੈ, ਉਹ ਪ੍ਰਾਈਮ ਮਿਨਿਸਟਰ ਹੋਏਗਾ ਤੁਹਾਡੀ ਕੰਟਰੀ ਦਾ, ਹੈ ਜੀ। ਤੁਸੀਂ ਪਾਕਿਸਤਾਨ ਦਾ ਹਾਲ ਦੇਖ ਲਓ। ਵਿਦਿਨ 25 ਈਅਰ ਬੰਗਲਾਦੇਸ਼ ਬਣ ਗਿਆ ਅਲੱਗ। ਰਿਲੀਜਨ 'ਚ ਕੋਈ ਤਾਕਤ ਨਹੀਂ ਟੂ ਕੀਪ ਪੀਪਲ ਟੂ। ਜਦੋਂ ਬੈਂਕ ਰੋਬਰ ਹੁੰਦੇ ਨਾ, ਬੈਂਕ ਰੋਬਰ ਇਕੱਠੇ ਹੁੰਦੇ ਨੇ ਲੁੱਟਣ ਵਾਸਤੇ, ਪਹਿਲੇ ਲੁੱਟ ਕੇ ਫਿਰ ਆਪਸ ਵਿੱਚ ਲੜਦੇ ਨੇ ਉਹ। ਤੋ ਇਹ ਜਿਹੜੇ ਬੰਦੇ ਰੋਂਗ, ਮੇਰੇ ਪਿਓ ਨੇ ਕਿਹਾ ਸੀਗਾ ਮੁਸਲਮਾਨ ਲੀਡਰਾਂ ਨੂੰ ਕਿ ਯੂ ਆਰ ਯੂਨਾਈਟਿਡ ਫॉर ਅ ਰੋਂਗ ਕਾਜ਼, when the cause is not there you turn on each other। ਕਿ ਤੁਸੀਂ ਗਲਤ ਚੀਜ਼ ਵਾਸਤੇ ਇਕੱਠੇ ਹੋਏ ਹੋ, ਕਿ ਤੁਸੀਂ ਨਾ ਤਾਂ ਪੜ੍ਹੇ ਲਿਖੇ ਹੋ, ਨਾ ਤੁਸੀਂ ਬੜੀ ਵੱਡੀਆਂ ਜੌਬ ਨੇ ਜਾਂ ਤੁਹਾਡੀ ਬਿਜ਼ਨਸ ਨੇ, ਤੁਹਾਡੇ ਕੋਲ ਵਿਜ਼ਨ, ਕੋਈ ਐਜੂਕੇਸ਼ਨ ਹੈ ਨਹੀਂ। ਤੁਸੀਂ ਤੁਹਾਡੇ ਗੁਰੂਆਂ ਨੇ ਇਹ ਸਿੱਖ ਰਿਲੀਜਨ ਬਣਾਇਆ ਸੀ ਸਿੱਖਾਂ ਵਾਸਤੇ, ਹੈ ਜੀ। ਸਿੱਖਾਂ ਨੂੰ ਤੁਸੀਂ ਕੋਈ ਕਾਸਟ ਦੇਖ ਲਓ, ਤੁਸੀਂ ਦੇਖ ਲਓ ਮਲਹੋਤਰਾ, ਕਪੂਰ, ਸੱਭਰਵਾਲ, ਸਾਨੀ, ਚੰਦੋਗ, ਸੇਠੀ, ਹੈ ਜੀ। ਜੋ ਜਾਣਦੀਆਂ ਹਿੰਦੂਆਂ ਦੀਆਂ ਜਾਤਾਂ ਨੇ ਉਹਦੇ ਵਿੱਚੋਂ ਸਿੱਖ ਨਿਕਲੇ ਨੇ, ਹੈ ਜੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਪਹਿਲੇ ਪੈਦਾ ਹੋਏ ਸੀਗੇ, ਹੈ ਜੀ। ਜੇ ਸਿੱਖਾਂ ਦੀਆਂ ਜਾਤਾਂ ਸੇਮ ਨੇ ਹਿੰਦੂਆਂ ਦੀਆਂ ਜਾਤਾਂ ਦੇ ਨਾਲ, ਅੱਜ ਤੁਸੀਂ ਜਿੱਥੇ ਮਰਜ਼ੀ ਚਲੋ, ਸਿੱਕਾ ਲੈ ਲਓ, ਕੋਈ ਲੈ ਲਓ ਜੀ, ਫਲਾਣਾ ਬੰਦਾ ਹੈ, ਉਹ ਕਹੇ ਜੀ ਇਨਸੈਸਟਰ ਤੁਹਾਡੇ ਹਿੰਦੂ ਸੀਗੇ, ਗੁਰੂ ਤੁਹਾਡੇ ਹਿੰਦੂ ਸੀਗੇ, ਤੁਹਾਡਾ DNA ਹਿੰਦੂ ਹੈ। ਨੂੰਹਾਂ ਨੂੰ ਮਾਸ ਨਹੀਂ ਉਤਰ ਸਕਦਾ। ਤੁਸੀਂ ਕਿੰਨੀ ਖੂਨ ਖਰਾਬਾ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ? ਪੰਜਾਬ 'ਚ ਰਹੇਗਾ ਕੌਣ?
कोई इन्वेस्टमेंट आएगी उत्थे पंजाब विच? जब तुसीं टैररिज्म फैला दोगे, ऑलरेडी पंजाब इज सफरिंग, ड्रग्स आ रही उत्थे इन्नियां, क्योंकि तुसीं जे तुसीं लड़ाई करनी है पंजाब दे विच, लड़ाई करो ड्रग्स दे अगेंस्ट, पंजाब दे लड़ाई करो गरीबी दे अगेंस्ट, पढ़ाई दे इलिटरेट जिहड़ी हैगी अनपढ़ जिहड़े लोग उन्हां नूं तुसीं करो। अपना टाइम तुसीं वेट के 10 मिनट इंपोर्टेंट बन जाते उत्थे झंडे झुंडे लैके कि मैं बड़ा तीस मार्क हाँ। तुहाडी जिहड़ी असलीयत होएगी वो इंडिया च होएगी। बाहर जिन्ने मर्जी तुसीं नारे मार लो, जो मर्जी कर लो, ਉਹਦਾ कोई फायदा नहीं हैगा। फायदा है आओ पंजाब में, सैकुलर डेमोक्रेटिक कंट्री है, पोलिटिकल पार्टी बनाओ, अपना लीडर तुसीं खुद चुन सकते हो, तुहानूं किसी ने रोकना नहीं, तुसीं बनाओ। उस तो बाद तुसीं कहो जी सानूं, फिर देखो तुहाडा पब्लिक तुहाडे नाल है कि नहीं है। ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜੀ ਦੇ ਸਾਹਮਣੇ ਵੀ ਤੁਸੀਂ ਇਹ ਮੁੱਦਾ ਚੁੱਕਿਆ ਸੀ ਕੁਝ ਸਾਲ ਪਹਿਲੇ, ਕੀ ਕੁਝ ਗੱਲਬਾਤ ਹੋਈ ਸੀ? ਔਰ ਬ੍ਰਿਟੇਨ ਵਿੱਚ ਤੁਹਾਨੂੰ ਲੱਗਦਾ ਕਿੰਨਾ ਸਮਰਥਨ ਮਿਲ ਰਿਹਾ ਹੈ ਸਿੱਖਸ ਫॉर ਜਸਟਿਸ ਦੀ ਇਸ ਮੁਹਿੰਮ ਨੂੰ, ਖਾਲਿਸਤਾਨ ਰੈਫਰੈਂਡਮ ਨੂੰ? ਦਾਅਵੇ ਤੇ ਬਹੁਤ ਕੀਤੇ ਜਾਂਦੇ ਨੇ, ਬਕਵਾਸ ਬਿਲਕੁਲ ਉਹ ਆ ਜਾਂਦੇ ਜੀ, ਜਿਹੜੇ ਬੰਦੇ ਲਾਈਕ ਮਾਈਂਡਡ ਇਕੱਠੇ ਹੁੰਦੇ, ਜਿਹੜਾ ਬੰਦੇ ਇਕੱਠੇ ਹੋ ਜਾਂਦੇ ਜਿਨ੍ਹਾਂ ਦੇ ਕੋਈ ਅੱਗੇ ਵਿਜ਼ਨ ਨਹੀਂ, ਕੋਈ ਚੰਗਾ ਤਰੱਕੀ ਨਹੀਂ ਕਰਨੀ, ਕੋਈ ਜੌਬ ਨਹੀਂ ਕਰਨੀ, ਸਭ ਡਰਾਈਵਰ ਡਰੂਵਰ ਇਕੱਠੇ ਹੋ ਜਾਂ ਅਨਪੜ੍ਹ ਬੰਦੇ ਇਕੱਠੇ ਹੋ ਕੇ ਉਹ ਝੰਡੇ ਲੈ ਕੇ ਆਪਣੇ ਆਪ ਨੂੰ ਬਣਾਉਂਦੇ ਨੇ। ਉਹ ਤੁਹਾਡੇ ਗੁਰੂਆਂ ਨੇ ਤਾਂ ਇਹ ਕਿਹਾ ਹੀ ਨਹੀਂ। ਗੁਰੂਆਂ ਨੇ ਬ੍ਰਦਰਹੁੱਡ ਆਫ ਖਾਲਸਾ ਬਣਾਇਆ ਸੀ ਇੰਡੀਆ ਨੂੰ ਤੋੜਨ ਵਾਸਤੇ, ਕਿ ਇੰਡੀਆ ਦੇ ਵਿੱਚ ਹਿਊਮਨ ਰਾਈਟ ਰਿਸਟੋਰ ਕਰਨ ਵਾਸਤੇ। ਜੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ, ਉਹ ਸਿੱਖਾਂ ਵਾਸਤੇ ਦਿੱਤੀ ਸੀ ਕਿ ਉਹ ਦਿੱਲੀ ਕੈਪੀਟਲ ਆਫ ਇੰਡੀਆ ਦਿੱਤੀ ਸੀ? ਦਿਮਾਗ ਹੀ ਹੈ ਨਹੀਂ। ਮੈਂ ਤਾਂ ਹੈਰਾਨ ਹੈਗਾ, ਇੰਨਾ ਵੱਡਾ ਯੂਨੀਵਰਸਲ ਰਿਲੀਜਨ, ਸਾਰੀ ਦੁਨੀਆ ਨੂੰ ਯੂਨਾਈਟ ਕਰਨ ਵਾਸਤੇ ਸਿੱਖ ਰਿਲੀਜਨ ਬਣਿਆ, ਇੰਟਰਫੇਥ ਦੇ ਉੱਤੇ ਡਿਪੈਂਡੈਂਟ ਹੈ। ਹਰ ਧਰਮ ਦੀ ਟੀਚਿੰਗ ਗੁਰੂ ਗ੍ਰੰਥ ਸਾਹਿਬ 'ਚ ਹੈ। ਤੁਸੀਂ ਪਹਿਲੇ ਉਹ ਗ੍ਰੰਥ ਸਾਹਿਬ 'ਚ ਹਿੰਦੂਆਂ ਦੀ ਟੀਚਿੰਗ ਕੱਢੋਗੇ, ਮੁਸਲਮਾਨ ਦੀ ਟੀਚਿੰਗ ਕੱਢੋਗੇ, ਹੈ ਜੀ? ਤੁਸੀਂ ਕੀ ਕਰੋਗੇ? ਮੈਂ ਤਾਂ ਇਹਨਾਂ ਤੋਂ ਉਹ ਕਹਿੰਦੇ ਇਹਨਾਂ ਦੀ ਕੋਈ ਸੋਚ ਹੀ ਹੈ ਨਹੀਂ ਕਿ ਸਾਡੇ ਗੁਰੂ ਨਾਨਕ ਨੇ ਜਗ੍ਹਾ ਜਗ੍ਹਾ ਤੋਂ ਬਾਣੀ ਲਿਆ ਕੇ ਗ੍ਰੰਥ ਸਾਹਿਬ ਪਾਈ ਤਾਂ ਕਿ ਸਾਨੂੰ ਅੱਗੇ ਵਧੀਏ, ਸਾਨੂੰ ਕੋਈ ਨੌਲੇਜ ਮਿਲੇ, ਸਾਨੂੰ ਇੰਨਾ ਵਧੀਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਿੱਤਾ ਜਿਹਦੇ ਦੁਨੀਆ ਦੇ ਚੰਗੇ ਚੰਗੇ ਵਿਦਵਾਨਾਂ ਦੀ ਟੀਚਿੰਗ ਹੈ। ਉਹ ਤੁਸੀਂ ਪਹਿਲੇ ਕੱਢੋ, ਹੈ ਜੀ? ਤੁਸੀਂ ਗੁਰੂ ਸਾਨੂੰ ਸਾਰੀ ਜ਼ਿੰਦਗੀ ਜੋੜਦਾ ਰਹਿ ਗਿਆ, ਤੁਸੀਂ ਤੋੜਨ ਤੇ ਲੱਗੇ ਹੋ, ਹੈ ਜੀ? ਤੁਸੀਂ ਗੁਰੂਆਂ ਤੋਂ ਜ਼ਿਆਦਾ ਵਿਜ਼ਨਰੀ ਹੋ, ਹੈ ਜੀ? ਜਦੋਂ ਅਸੀਂ ਗੁਰੂਆਂ ਦੇ ਪਿੱਛੇ ਸੀ ਸਾਡੀ ਇੱਜ਼ਤ ਹੁੰਦੀ ਸੀ, ਜਦੋਂ ਅਸੀਂ ਸੰਤਾਂ ਦੇ ਮਗਰ ਲੱਗੇ ਸਾਡਾ ਕੀ ਸਤਿਆਨਾਸ਼ ਹੋਇਆ ਪੰਜਾਬ ਵਿੱਚ, ਤੁਹਾਨੂੰ ਪਤਾ ਹੀ ਹੈਗਾ। ਸਿੱਖ ਜਿਹੜੇ ਬਾਲਾ ਤੇ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਨਾਲ ਹੁੰਦੇ ਸੀ, ਕਿਹੜੇ ਧਰਮ ਦੇ ਨਾਲ ਸੀ ਸਭ ਨੂੰ ਪਤਾ। ਕਦੀ ਉਹਨਾਂ ਨੇ ਨਹੀਂ ਕਿਹਾ ਕਿ ਧਰਮ ਚੇਂਜ ਕਰੋ, ਤੁਸੀਂ ਆਪਣਾ ਧਰਮ ਤੋਂ ਕਦੀ ਲਿਆਂਦਾ ਹੀ ਨਹੀਂ। ਸਾਡੇ ਗੁਰੂਆਂ ਨੇ ਕਿਹਾ ਨੋ ਰਿਚੁਅਲ, no conversion, no superstition, equality for women, ਔਰ ਸੇਵਾ ਲੰਗਰ ਕਰੋ ਲੋਕਾਂ ਦੀ, ਰੱਬ ਦਾ ਤਿੰਨ ਚੀਜ਼ਾਂ, ਮਿਹਨਤ ਕਰੋ, ਵੰਡ ਛਕੋ ਤੇ ਰੱਬ ਦਾ ਨਾਂ ਲਓ। ਉਹ ਇਹ ਕੀ ਕਰ ਰਹੇ ਨੇ? ਇਹ ਤਾਂ ਸਾਨੂੰ ਤਬਾਹ ਕਰਨ ਤੇ ਲੱਗੇ ਨੇ ਕਿ ਕੋਈ ਡਿਸਲੋਇਲ ਬੰਦੇ ਨੂੰ ਕੋਈ ਜੌਬ ਦਿੰਦਾ, ਡਿਸਲੋਇਲ ਬੰਦੇ ਨੂੰ ਕੋਈ ਤਰੱਕੀ ਦਿੰਦਾ। ਤੁਸੀਂ ਉੱਥੇ ਬੈਠੇ ਹੋ ਫੋਰਨ ਪਾਸਪੋਰਟ ਲੈ ਕੇ, ਤੁਸੀਂ ਉਹਨਾਂ ਦੀ ਬੇੜੀਆਂ 'ਚ ਵੱਟੇ ਪਾ ਰਹੇ ਜਿਨ੍ਹਾਂ ਦੇ ਕੋਲ ਲਗਜ਼ਰੀ ਨਹੀਂ ਹੈਗੀ, ਜਿਨ੍ਹਾਂ ਨੇ ਪੰਜਾਬ 'ਚ ਰਹਿਣਾ, ਜਿਹੜੇ ਪੰਜਾਬ ਨਹੀਂ ਛੱਡ ਸਕਦੇ, ਉਹਨਾਂ ਦੀ ਤੁਸੀਂ ਰੈਪੂਟੇਸ਼ਨ ਕੀ ਕਰ ਰਹੇ ਹੋ? ਉਹ ਸਾਰੇ ਕਹਿਣਗੇ ਸਿੱਖ ਸੈਪਰੇਟਿਸਟ ਹੈਗੇ, ਅਜੇ ਕਿ ਹੈਂਡਫੁਲ ਆਫ ਪੀਪਲ ਹੈ। ਸਿੱਖਾਂ ਨੇ ਇੰਡੀਆ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ। ਜੇ ਤੁਸੀਂ ਲੈਣਾ ਪੰਜਾਬ, ਪਹਿਲੇ ਪਾਕਿਸਤਾਨ ਤੋਂ ਲਓ ਜਿੱਥੇ ਗੁਰੂ ਤੁਹਾਡਾ ਜੰਮਿਆ ਸੀਗਾ, ਪਹਿਲੇ ਜਾ ਕੇ ਲਾਹੌਰ ਨੂੰ ਕੈਪਚਰ ਕਰੋ, ਮੈਂ ਵੀ ਤੁਹਾਨੂੰ ਸਾਥ ਦਿਆਂਗਾ ਫਿਰ, ਹੈ ਜੀ? ਤੁਸੀਂ ਗੱਲਾਂ ਕਰਕੇ ਤੁਹਾਨੂੰ ਪਤਾ ਹੈ ਕਿ ਕੋਈ ਦੁਨੀਆ ਦੀ ਕੰਟਰੀ ਸਿੱਖਾਂ ਨੂੰ ਪ੍ਰੈਫਰ ਨਹੀਂ ਕਰੇਗੀ, ਭਾਵੇਂ ਤੁਹਾਨੂੰ ਦੇਣਗੇ ਥੋੜੀ ਜਿਹੀ ਹੱਲਾਸ਼ੇਰੀ ਕਿ ਉਹ ਵੋਟਾਂ ਕਰਕੇ ਕਿ ਤੁਸੀਂ ਵੋਟਾਂ ਦੇ ਦਿਓਗੇ, ਪਰ ਕਿਸੇ ਨੇ ਇੰਡੀਆ ਦੇ ਅਗੇਂਸਟ ਨਹੀਂ ਜਾਣਾ। ਸਾਰੇ ਦੁਨੀਆ ਬਿਲੀਅਨਸ ਆਫ ਪਾਉਂਡ ਵਰਥ ਆਫ ਇਨਵੈਸਟਮੈਂਟ ਇੰਡੀਆ 'ਚ ਕਰ ਰਹੇ ਨੇ, ਪੰਜਾਬ ਕੋਈ ਨਹੀਂ ਕਰ ਰਿਹਾ, ਹੈ ਜੀ? ਤੁਸੀਂ ਯੂ ਵਿਲ ਮਿਸ ਆਊਟ ਬਿਕੋਜ਼ ਆਫ ਤੁਹਾਡੇ ਬੈਡ ਐਟੀਟਿਊਡ ਕਰਕੇ ਤੁਹਾਨੂੰ ਇੰਨੀ ਨੁਕਸਾਨ ਹੋਣਾ, ਤੁਹਾਨੂੰ ਸੋਚ ਵੀ ਨਹੀਂ ਸਕਦੇ। ਜੇ ਤੁਹਾਡੇ ਕੋਲ ਅਕਲ ਹੁੰਦੀ ਤਾਂ ਤੁਸੀਂ ਡਰਾਈਵਰ ਡਰੂਵਰ ਨਾ ਹੁੰਦੇ, ਤੁਸੀਂ ਕਿੱਥੇ ਪਹੁੰਚ ਜਾਣਾ। ਮੈਂ ਵੀ ਸਟਾਰਟ ਕੀਤੀ ਲਾਈਫ ਕਾਰ ਕਲੀਨਰ ਤੋਂ ਤੇ ਕਿੱਥੇ ਪਹੁੰਚ ਗਿਆ। ਦਿਮਾਗ ਯੂਜ਼ ਕਰੋ। ਸੋ ਮੇਰੇ ਕਹਿਣ ਦਾ ਇਹ ਹੈਗਾ ਕਿ ਇਹ ਗੁਰੂਆਂ ਦੇ ਬਿਲਕੁਲ ਅਗੇਂਸਟ ਹੈ। ਕਿਸੇ ਟਾਈਮ ਦੇ ਵਿੱਚ 2% ਸਿੱਖ, 20% ਇੰਡੀਅਨ ਆਰਮੀ ਸੀਗੇ, ਕਿ 20% ਸ਼ੇਅਰ ਇੰਡੀਆ ਦੇ ਪੈਸਿਆਂ ਦਾ ਸਿੱਖ ਆ ਰਹੇ ਸੀ। ਅਫਸਰ ਸਾਰੇ ਘਰਾਂ 'ਚੋਂ ਸੀਗੇ ਮਿਲਟਰੀ ਦੇ ਵਿੱਚ, ਹੈ ਜੀ? ਮੇਰੇ 5 ਬ੍ਰਦਰ ਇੰਡੀਆ 'ਚ ਆਰਮੀ ਕਮਿਸ਼ਨ ਅਫਸਰ ਸੀਗੇ। ਹਰ ਫੈਮਿਲੀ ਦਾ ਬੰਦਾ ਡਿਸਿਪਲਿਨ ਹੋ ਕੇ ਆਉਂਦੇ ਸੀ ਆਰਮੀ ਤੋਂ ਬੰਦੇ। ਹੁਣ ਉਹ ਡਰੱਗ ਖਾ ਰਹੇ ਨੇ। ਤੁਸੀਂ ਉਹਨਾਂ ਨੇ ਗੌਰਮੈਂਟ ਨੇ ਕੋਟਾ ਬਣਾਤਾ ਨਾ ਕਿ 2% ਤੋਂ ਵੱਧ ਨਹੀਂ ਜਾ ਸਕਦੇ। ਹੁਣ ਉਹ ਅਨਪਲਾਇਡ ਹੋ ਗਈ, ਜ਼ਮੀਨਾਂ ਹੈ ਨਹੀਂ, ਨਾ ਨਸ਼ਿਆਂ ਤੇ ਲੱਗੇ। ਉਹ ਕਹਿੰਦਾ ਤੁਹਾਨੂੰ ਭਾਵੇਂ ਕੁਛ ਹੋ ਜਾਏ, ਮੈਂ ਇੰਜੋਏ ਕਰ ਰਿਹਾ ਉੱਥੇ, ਮੈਂ
ਬਣਿਆ 30 ਮਾਰਖਾਂ, ਮੈਂ ਉੱਥੇ ਝੰਡੇ ਲੈ ਕੇ ਦਾਦਾ ਖਾਲਿਸਤਾਨ ਲਾ ਗਿਆ। ਉਹ ਤੂੰ ਖਾਲਿਸਤਾਨ ਕਿੱਥੇ ਲੈ ਲੇਗਾ? ਬਰੈਂਪਟਨ 'ਚ ਬੈਠ ਕੇ ਲੈ ਲੇਗਾ? ਹਾਂ ਬਾਹਰ ਬਿਲਕੁਲ ਆਉਣਾ। ਸਰ, ਬੜੇ ਇੰਟਰਸਟਿੰਗ ਟਵੀਟਸ ਕੀਤੇ ਜਾ ਰਹੇ ਸਨ, ਜਿਨ੍ਹਾਂ ਵਿੱਚੋਂ ਕੁਝ ਸਿੱਖ ਵੀ ਸੀ ਜਿਹੜੇ ਟਵੀਟ ਕਰ ਰਹੇ ਸੀ ਕਿ ਤੁਸੀਂ ਬਰੈਂਪਟਨ ਵਿੱਚ ਇਹ ਰੈਫਰੈਂਡਮ ਕਰ ਰਹੇ ਹੋ ਤੇ ਉੱਥੇ ਕਿਉਂ ਨਹੀਂ ਕੈਨੇਡਾ ਦੇ ਕਿਸੇ ਹਿੱਸੇ ਵਿੱਚ ਤੁਸੀਂ ਖਾਲਿਸਤਾਨ ਬਣਾ ਲੈਂਦੇ ਹੋ? ਅਸੀਂ ਤੇ ਨਹੀਂ ਚਾਹੁੰਦੇ ਆ। ਕਿਹਦੇ ਤੋਂ ਪੁੱਛ ਕੇ ਤੁਸੀਂ ਇਹ ਰੈਫਰੈਂਡਮ ਕਰਾ ਰਹੇ ਹੋ? ਤਮਾਮ ਸਿੱਖ ਵੀ ਸਵਾਲ ਖੜੇ ਕਰ ਰਹੇ ਨੇ। ਔਰ ਸਭ ਤੋਂ ਵੱਡਾ ਸਵਾਲ ਸਰ ਕਿ ਜਿਹੜੇ ਇਹ ਰੈਫਰੈਂਡਮ 2020 ਦੇ ਨਾਂ ਤੇ ਔਰ ਖਾਲਿਸਤਾਨ ਰੈਫਰੈਂਡਮ ਦੇ ਨਾਂ ਤੇ ਜਿਹੜਾ ਜਨਮਤ ਸੰਗ੍ਰਹਿ ਕਰਾਇਆ ਜਾ ਰਿਹਾ, ਉਸ ਦਾ ਕਿੰਨਾ ਖਾਮਿਆਜ਼ਾ, ਕਿੰਨਾ ਨੁਕਸਾਨ ਪੰਜਾਬ ਤੋਂ ਬਾਹਰ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ, ਵੱਖ-ਵੱਖ ਸੂਬਿਆਂ 'ਚ ਸਿੱਖ ਬੈਠੇ ਨੇ, ਉਹਨਾਂ ਨੂੰ ਚੁੱਕਣਾ ਪੈ ਰਿਹਾ। ਇਸ ਦੇ ਬਾਰੇ ਉਹ ਸੋਚ ਰਹੇ ਨੇ। ਜਦੋਂ ਕੋਈ ਬਦਤਮੀਜ਼ੀ ਕਰਨਗੇ ਤੇ ਨੁਕਸਾਨ ਜਿਹੜੇ ਸਿੱਖ ਬੈਠੇ ਯੂਪੀ ਜਾਂ ਰਾਜਸਥਾਨ ਜਾਂ ਕਿਧਰੇ ਬੈਠੇ ਨੇ ਉਹਨਾਂ ਨੂੰ ਹੋਏਗਾ, ਇਹਨਾਂ ਤੋਂ ਨਹੀਂ ਹੋਣਗਾ। ਇਹ ਕੈਸੇ ਸਾਡੇ ਸਿੱਖ ਭਰਾ ਨੇ ਜਿਹੜੇ ਸਾਡਾ ਕੋਈ ਫਿਕਰ ਹੀ ਨਹੀਂ ਕਰਦੇ, ਜਿਹੜੇ ਪੰਜਾਬ 'ਚ ਬੰਦੇ ਰਹਿੰਦੇ ਨੇ, ਇਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ, ਇਹਨਾਂ ਨੂੰ ਕੋਈ ਸੋਚਣ ਹੀ ਨਹੀਂ ਕਿ ਦੇਖੋ ਵਿਜ਼ਨ ਹੁੰਦਾ, ਵਿਜ਼ਨ ਕਿ ਮੈਂ ਕੋਈ ਇੱਕ ਕਾਰ ਤੇਜ਼ ਚਲਾਵਾਂਗਾ, ਉਹਦਾ ਕੀ ਨੁਕਸਾਨ ਹੋਏਗਾ ਮੈਨੂੰ? ਮੈਂ ਜ਼ਿਆਦਾ ਸ਼ਰਾਬ ਪੀਵਾਂਗਾ, ਉਹਦਾ ਕੀ ਨੁਕਸਾਨ ਹੋਏਗਾ? ਮੈਂ ਕਿਸੇ ਨੂੰ ਗਾਲਾਂ ਕੱਢਾਂਗਾ ਗਵਰਨਮੈਂਟ ਆਫ ਇੰਡੀਆ ਨੂੰ, ਉਹਦਾ ਕੀ ਨੁਕਸਾਨ ਹੋਏਗਾ? ਤੁਸੀਂ ਇੰਡੀਆ ਜਾ ਨਹੀਂ ਸਕਦੇ ਤੇ ਤੁਸੀਂ ਰਾਜ ਕਰਨ ਦੀ ਸੋਚ ਰਹੇ ਹੋ। ਤੁਸੀਂ ਵੜ ਕੇ ਤਾਂ ਦਿਖਾਓ, ਤੁਸੀਂ ਹੌਲੀਡੇ ਤਾਂ ਕਰਕੇ ਆਓ। ਗੋਲਡਨ ਟੈਂਪਲ ਤਾਂ ਤੁਸੀਂ ਆ ਨਹੀਂ ਸਕਦੇ ਗੁਰੂਆਂ ਨੂੰ ਆਪਣਾ ਰਿਸਪੈਕਟ ਦੇਣ, ਤੇ ਤੁਸੀਂ ਖਾਲਿਸਤਾਨ ਲੈਣ ਦੀ ਚੱਕਰ 'ਚ ਹੈਗੇ। ਐਨੀਵੇ ਦੇਖੋ ਜੀ, ਮੈਂ ਬੜਾ ਦੁਖੀ ਹੈਗਾ। मैं तो दस नहीं सकता कि जिन्ना इस घर को आग लग गई इस घर के चिराग से। ये साडे सिख गुरुओं की जिहड़ी इन्नी कुर्बानियां दी लैगेसी है मैनकाइंड वास्ते, जिन्हों सोच के दुनिया रोंगटे खड़े हो जाते कि सिख गुरुओं ने की कुर्बानी की ह्यूमैनिटी वास्ते, नॉट फॉर सिख, ह्यूमैनिटी। और सानू धर्म दिता यूनीवर्सल धर्म टू यूनाइट द दुनिया। ये तो डिवाइड करन लगे सानू। एक गुरु तो उल्टे चले गए भी जे तुसी ज़्यादा ही कुछ कर रहे तो नवा धर्म चला लो ना, अपना अपने हिसाब दे नाल एक नवा धर्म नफरत के उत्ते चलाओ। फिर देखो थोड़े नाल किन्ने बंदे जुड़ते हैं। जब गुरुद्वारे की शरधा देखो, लोग लंगर चल रहे हैं, पैसा दे रहे हैं, तुहानू थोड़ी दे रहे हैं, तुसी और गुरुद्वारे कब्जे करके पैसे खा रहे हो। हर बंदे के मकान बन गए, जिन्हें खालिस्तानी ना इन्होंने पैसे लुट के संगत मिसलीड करके अपनी जेबां नू गर्म कर लिया। सो इन्हां तो लोगों तो बचो। ये मैनू भी बड़ी थ्रैटन करते हैं। मैं कहा तुम मैनू मार दोगे जिदा मेरे प्यो का स्टैचू लगे अमृतसर, मेरा भी लग जाएगा। कला सिख कला तो चला, सिख कला कुछ नहीं कर सकता। जे तुम हिंदुओं नाल नहीं पढ़ते, फिल्मां हिंदुओं दी देखते हो, गाने हिंदुओं के गाते हो, हाँ जी, सारा तुम बचपन तो उन्होंने नाल तुम पैदा होए हो, तुम हिंदुओं के विचों ही आए हो, तो अज तुम उन्होंने कहते असीं नफरत करनी है। एक किस तरह का विजन है या किसी तरह की सोच है? एक वो भी लेगेसी सी जदों एक दो बेटे हुंदे सी, एक नूं सिख मनाया जांदा सी और एक हिंदू हुंदा सी इक्को परिवार विच। वो भी भुल चुके। पहले हर बच्चा सिख एक बनाते सी, पहला बच्चा फॉर डिफेंडर, क्योंकि ये सिख कित्थों आ गया? समान तो आ गया सिख हिंदुओं चों है ना, कि सिख पहले सीगे हिंदू पहले सीगे। गुरु कौन सन? सारे हिंदू सी ना। गुरु गोबिंद राय है जी। सिख तो गुरु गोबिंद सिंह ने बनाया ना। वो बड़े अच्छा काम किया, अच्छे काम वास्ते किया, हिंदुस्तान वास्ते किया, खालिस्तान वास्ते नहीं की। जब तक मैं क्या पंज प्यारे पंजा कोने ऑफ इंडिया दे आए एज ए मार्क ऑफ वननेस ऑफ इंडिया कि असीं इकट्ठे है। और हर सिख दे विच पता नहीं किहदा DNA चल रहा है, मद्रासी का हैगा या कर्नाटके का बंदा है या गुजराती का है या उड़ीसा के बंदे का है या किसी यूपी के बंदे। साडी तो मिक्सचर है सारा काम। तो इस करके वी कैनॉट बी सैपरेटेड। सानू तो जो हिंदुस्तान की तरक्की है ਉਹਦੇ ਨਾਲ ਅਸੀਂ ਤਰੱਕੀ ਯੋਧਾ ਕਰਾਂਗੇ। ਸਿੱਖ ਜਦੋਂ ਹਿੰਦੂਆਂ ਦੇ ਕੰਮ ਕਰਨਗੇ, ਉਹਨਾਂ ਨੂੰ ਵੀ ਜਿੱਦਾਂ ਮੈਂ ਇੰਗਲੈਂਡ 'ਚ ਆਇਆ, ਮੈਂ ਅੰਗਰੇਜ਼ਾਂ ਨਾਲ ਕੰਮ ਕੀਤਾ, ਮੈਨੂੰ ਬੜੀ ਅਕਲ ਆਈ, ਮੈਨੂੰ ਤਾਂ ਬੜਾ ਕੁਝ ਸਿੱਖਿਆ। ਜੇ ਮੈਂ ਸਿਰਫ ਪੰਜਾਬ 'ਚ ਹੀ ਰਹਿ ਜਾਂਦਾ ਕਿਸੇ ਪਿੰਡ 'ਚ, ਤੇ ਮੈਂ ਇੱਥੇ ਤੱਕ ਨਹੀਂ ਸੀ ਪਹੁੰਚ ਸਕਦਾ, ਕਿਉਂਕਿ ਮੇਰੀ ਫਿਰ ਉਹੀ ਕਹਿੰਦੇ ਟੋਬੇ ਦਾ ਡੱਡੂ ਵਾਲਾ ਕੰਮ ਹੋ ਜਾਣਾ ਸੀਗਾ। तो ये ਜਿਹੜੇ ਬੰਦੇ ਖਾਲਿਸਤਾਨੀ ਨੇ, ਇਹਨਾਂ ਨੂੰ ਇਹ ਨਹੀਂ ਪਤਾ ਖਾਲਿਸਤਾਨ ਤੁਹਾਨੂੰ ਮਿਲਣਾ ਨਹੀਂ, ਕਸ਼ਮੀਰ ਤਾਂ ਮਿਲਿਆ ਨਹੀਂ। ਤੁਸੀਂ ਤਾਂ ਨਾ ਤੁਹਾਡੇ ਕੋਲ ਟੈਂਕ ਹੈਗੇ, ਨਾ ਤੁਹਾਡੇ ਕੋਲ 에ਅਰਫੋਰਸ ਹੈ, ਨਾ ਤੁਹਾਨੂੰ ਕੋਈ ਅਮਰੀਕਾ ਸਪੋਰਟ ਕਰ ਰਿਹਾ। ਪਾਕਿਸਤਾਨ ਤੋਂ ਬੜਾ ਸਪੋਰਟ ਹੋ, ਕਸ਼ਮੀਰ ਤਾਂ ਲੈ ਨਹੀਂ ਸਕੇ। 4 ਜੰਗ ਲੜੇ, ਤੁਸੀਂ ਕਿੱਥੇ ਲੈ ਲਓਗੇ? ਤੁਹਾਨੂੰ 200 ਸਾਲ ਤੁਹਾਨੂੰ ਲੱਗ ਜਾਣਗੇ। ਜਿੱਦਾਂ ਇੰਡੀਆ ਨੂੰ 200 ਸਾਲ ਲੱਗੇ ਫਰੀडम ਲੈਂਦੇ, ਤੁਹਾਨੂੰ 400 ਸਾਲ ਲੱਗਣਗੇ। ਇਨ ਬਿਟਵੀਨ ਤੁਸੀਂ ਜਿਹੜਾ ਆਪਣਾ ਪਿਆਰਾ ਪੰਜਾਬ ਹੈ ਨਾ, ਉਹਦੇ ਵਿੱਚ ਕਿਸੇ ਨੇ ਇੰਡਸਟਰੀ ਨਹੀਂ ਲਾਣੀ, ਕਿਸੇ ਬੰਦੇ ਨੇ ਪੈਸਾ ਨਹੀਂ ਲਾਣਾ। ਤੁਸੀਂ ਦੇਖੇ ਹੋਰ ਡਰੱਗਸ ਖਾਣਗੇ ਲੋਕ, ਹੋਰ ਤਬਾਹੀ ਤੁਸੀਂ ਲਿਆਓਗੇ ਕੈਨੇਡਾ 'ਚ ਬੈਠ ਕੇ। तो होश करो, पगड़ी संभाल जट्टा, पगड़ी संभाल, अपनी होश करो, अपने काम दे नाल
ਤੁਸੀਂ ਆਪਣੇ ਆਪ ਤੇ ਪੈਰਾਂ ਤੇ ਕੁਹਾੜੀ ਨਾ ਮਾਰੋ। ਤੁਹਾਨੂੰ ਗਵਰਨਮੈਂਟ ਆਫ ਇੰਡੀਆ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੈ, ਕਿਸੇ ਧਰਮ ਨੂੰ ਪ੍ਰਮੋਟ ਨਹੀਂ ਕਰ ਰਹੀ ਗਵਰਨਮੈਂਟ ਆਫ ਇੰਡੀਆ ਜਿੰਨਾ ਸਿੱਖਾਂ ਨੂੰ ਕਰ ਰਹੇ ਹੈ। ਤੁਹਾਡੇ ਸਿੱਖ ਗੁਰਪੁਰਬ ਸਿੱਖ ਪ੍ਰਾਈਮ ਮਿਨਿਸਟਰ ਪਗੜੀ ਬਣ ਕੇ ਤੁਹਾਡਾ ਆਉਂਦਾ ਹੈ, ਤੁਹਾਨੂੰ ਕਰਤਾਰਪੁਰ ਕੋਰੀਡੋਰ ਖਾਲਤਾ ਸਿੱਖ ਗੁਰਦੁਆਰੇ ਕਿੰਨੇ ਕਿੰਨੇ ਕਰੋੜਾਂ ਰੁਪਏ ਦਿੱਤੇ ਨੇ ਉਹਨਾਂ ਨੇ। ਪਟਨਾ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਬਰਥਡੇ ਸੀ 300 ਸਾਲਾ, ਤੇ ਉਹਨਾਂ ਨੇ ਕਿੰਨੇ ਕਰੋੜਾਂ ਰੁਪਏ ਲਾ ਕੇ ਇੰਨਾ ਅਰਾਂਜ ਹੈ ਕਿ ਇਹ ਸਾਡੇ ਰੋਲ ਮਾਡਲ ਨੇ, ਗੁਰੂ ਸਾਡੇ ਆਈਕਨ ਨੇ। ਇਹਨਾਂ ਨੂੰ ਟਾਰਨਿਸ਼ ਨਾ ਕਰੋ ਕਿ ਇਹ ਗੁਰੂ ਬਿਲੋਂਗ ਟੂ ਐ ਹੈਂਡਫੁਲ ਆਫ ਸੈਪਰੇਟਿਸਟ। ਗੁਰੂ ਬਿਲੋਂਗ ਟੂ ਯੂਨੀਵਰਸਲ ਬ੍ਰਦਰਹੁੱਡ। ਸਾਡਾ ਤੁਸੀਂ ਜਿਹੜਾ ਕੰਮ ਮਿਹਨਤ ਕਰ ਰਹੇ ਹੋ, ਇੰਨੇ ਤੁਸੀਂ ਝੰਡੇ ਲੈ ਕੇ, ਉਹੀ ਤੁਸੀਂ ਜਾ ਕੇ ਕੌਮ ਦੀ ਸੇਵਾ ਕਰੋ, ਹਿੰਦੁਸਤਾਨ ਦੀ ਸੇਵਾ ਕਰੋ ਜਿਸ ਤਰ੍ਹਾਂ ਤੁਹਾਡੀ ਕੌਮ ਕਰ ਰਹੀ ਹੈ। ਸਾਨੂੰ ਨਾ ਬਦਨਾਮ ਕਰੋ। ਮੈਂ ਹੱਥ ਜੋੜ ਕੇ ਕਹਾਂ, ਤੁਹਾਨੂੰ ਮਿਲਣਾ ਕੁਛ ਨਹੀਂ ਸਿਵਾਏ ਆਪ ਵੀ ਤੁਸੀਂ ਦੁਖੀ ਹੋਗੇ, ਤੇ ਸਾਡੇ ਜਿਹੜੇ ਪੰਜਾਬ 'ਚ ਬੰਦੇ ਰਹਿੰਦੇ ਨੇ, ਯੂਪੀ 'ਚ ਰਹਿੰਦੇ ਨੇ, ਬੰਬੇ ਰਹਿੰਦੇ ਨੇ, ਉਹ ਨਫ਼ਰਤ ਉਹਨਾਂ ਦੇ ਦਿਲ 'ਚ ਪਏਗੀ। ਕਿਸੇ ਨੇ ਉਹਨਾਂ ਨੂੰ ਕਿਰਾਏ 'ਤੇ ਮਕਾਨ ਨਹੀਂ ਦੇਣਾ, ਕਿਸੇ ਨੇ ਉਹਨਾਂ ਨੂੰ ਜੋਬ ਨਹੀਂ ਦੇਣੀ, ਤੇ ਉਹ ਸਾਰਾ ਤੁਸੀਂ ਠੀਕ ਹੋ, ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਹੈਗਾ, ਤੁਸੀਂ ਠੀਕ ਹੋ। ਜਿਹੜੇ ਪੰਜਾਬ 'ਚ ਨੇ ਜਾਂ ਇੰਡੀਆ 'ਚ ਕਿਸੇ ਕੋਨੇ 'ਚ ਹੈ, ਉਹਨਾਂ ਵੀ ਸੋਚ ਲਓ। ਜੇ ਤੁਸੀਂ ਚੰਗੇ ਉਹਨਾਂ ਦੇ ਬਾਰੇ ਤਾਂ ਸੋਚਿਆ ਹੀ ਨਹੀਂ ਜਾ ਰਿਹਾ ਨਾ ਸਰ। ਸਵਾਲ ਤੇ ਇਹ ਹੀ ਹੈ ਸਰ। ਜੇ ਇੱਕ ਤੁਸੀਂ ਇਹ ਵੀ ਕੈਨੇਡਾ ਵਿੱਚ, ਕੈਨੇਡਾ ਦੇ ਬ੍ਰੈਂਪਟਨ ਵਿੱਚ, ਬ੍ਰਿਟੇਨ ਵਿੱਚ ਵੀ ਵੱਖ-ਵੱਖ ਸ਼ਹਿਰਾਂ 'ਚ ਇਹ ਰੈਫਰੈਂਡਮ ਕਰਾ ਚੁੱਕੇ ਨੇ। ਹੁਣ ਭਾਰਤ ਸਰਕਾਰ ਨੇ ਕੜਾ ਇਤਰਾਜ਼ ਜਤਾਇਆ ਕੈਨੇਡਾ ਸਰਕਾਰ ਦੇ ਸਾਹਮਣੇ ਕਿ ਤੁਸੀਂ ਕਿਵੇਂ ਆਪਣੀ ਧਰਤੀ ਤੇ ਅਜਿਹੀ ਕੋਈ ਗਤੀਵਿਧੀ ਹੋਣ ਦੇ ਰਹੇ ਹੋ, ਕਿਉਂਕਿ ਜੇ ਅਗਰ ਭਾਰਤ ਵਿੱਚ ਹੁਣ ਕੈਨੇਡਾ ਤੋਂ ਕਿਊਬੈਕ ਵੱਖ ਹੋਣਾ ਚਾਹੁੰਦਾ ਹੈ ਔਰ ਆਜ਼ਾਦੀ ਲਈ ਸੰਘਰਸ਼ ਉੱਥੇ ਚੱਲਦਾ ਰਹਿੰਦਾ ਹੈ, ਜੇ ਦਿੱਲੀ ਵਿੱਚ ਇਸੇ ਤਰ੍ਹਾਂ ਦਾ ਕੋਈ ਰੈਫਰੈਂਡਮ ਕਿਊਬੈਕ ਲਈ ਕਰਾ ਦਿੱਤਾ ਜਾਏ ਤੇ ਕਿਵੇਂ ਲੱਗੇਗਾ ਕੈਨੇਡੀਅਨ ਸਰਕਾਰ ਨੂੰ? ਸੋ ਜਿਹੜੀ ਸਰਕਾਰਾਂ ਨਹੀਂ ਰੋਕ ਪਾਉਂਦੀਆਂ ਜਾਂ ਕਰਵਾ ਬੋਲਣ ਦੀ ਆਜ਼ਾਦੀ ਦੇ ਨਾਂ ਤੇ ਉਹ ਇਹ ਸਭ ਕੁਝ ਚੱਲ ਰਿਹਾ, ਉਸ ਤੇ ਤੁਹਾਡਾ ਕੀ ਕਹਿਣਾ ਹੈ? ਮੇਰਾ ਕਹਿਣਾ ਹੈ ਕਿ ਦੇਖੋ, ਇੰਡੀਆ ਕਰ ਰਿਹਾ ਤਰੱਕੀ, ਅੱਜ ਨੰਬਰ 4 ਜਾਂ 5 ਇਕਨੋਮਿਕ ਪਾਵਰ ਬਣ ਗਿਆ। ਇੰਡੀਆ ਮੂਨ ਤੇ ਚਲਾ ਗਿਆ, ਇੰਡੀਆ ਚੰਦ ਤੇ ਚਲਾ ਗਿਆ, ਇੰਡੀਆ ਨੇ ਕੋਵਿਡ ਵੈਕਸੀਨੇਸ਼ਨ ਬਣਾ ਰਹੇ, ਇੰਡੀਆ ਦੇ ਬੰਦੇ IT ਨੇ, ਸਾਰੀ ਦੁਨੀਆ ਨੂੰ ਇੰਡੀਆ ਸ਼ੇਪ ਕਰ ਰਿਹਾ ਹੈ। ਸਾਰੇ ਸਾਇੰਟਿਸਟ ਇੰਡੀਆ ਤੋਂ ਆ ਰਹੇ ਨੇ, ਡਾਕਟਰ ਇੰਡੀਆ ਤੋਂ ਹੈ, ਇੰਜੀਨੀਅਰ, ਪ੍ਰੋਫੈਸਰ, ਟੀਚਰ, ਯੂ ਨੇਮ ਇਟ, ਇੰਡਸਟਰੀਅਲਿਸਟ, ਬਿਜ਼ਨਸਮੈਨ, ਇੰਡੀਆ ਨੂੰ ਸਾਰੇ ਦੁਨੀਆ 'ਚ ਇੰਡੀਆ ਯੋਗਦਾਨ ਦੇ ਰਿਹਾ। ਉਹ ਕਹਿੰਦੇ ਨਾ ਇੰਡੀਆ ਦੀ ਜਿਹੜੀ ਖੁਸ਼ਹਾਲੀ ਹੈ, ਇਹ ਲੋਕਾਂ ਨੂੰ ਕਈਆਂ ਨੂੰ ਨਹੀਂ ਪਚਦੀ, ਤੇ ਇਸ ਕਰਕੇ ਉਹ ਫਿਰ ਸੈਪਰੇਟ ਗਰੁੱਪ ਨੂੰ ਥੋੜੀ ਜਿਹੀ ਹੱਲਾਸ਼ੇਰੀ ਦਿੰਦੇ ਕਿ ਬਦਨਾਮੀ ਕਰੋ ਇੰਡੀਆ ਦੀ। ਤੇ ਗੁਰੂ ਨੇ ਤੇ ਪਿਆਰ 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 ਹੀ ਦਿੱਤਾ ਹੈ। ਜਿਹੜਾ ਆਏ ਰਾਜੀ ਆਏ, ਜਿਹੜਾ ਗੁਰਦੁਆਰੇ ਚੱਲਦਾ ਲੰਗਰ ਖਾਏ, ਕੋਈ ਜਾਤ ਨਹੀਂ ਪੁੱਛਦੇ, ਪਾਤ ਨਹੀਂ ਪੁੱਛਦੇ, ਜਿਹੜਾ ਆਏ ਚਲਾ ਜਾਏ। ਸੋ ਇਸ ਕਰਕੇ ਮੇਰੀ ਤਾਂ ਉਹਨਾਂ ਨੂੰ ਅਪੀਲ ਹੈ ਤੁਹਾਡੇ ਵੱਡੇ ਤੇ ਕਿ ਦੇਖੋ, ਅਸੀਂ ਚਲੇ ਜਾਣਾ ਹੈ। ਮੈਂ ਤਾਂ ਆਲਰੇਡੀ 75 ਸਾਲ ਦਾ ਹੋ ਗਿਆ। ਪਾਕਿਸਤਾਨ ਜੰਮਿਆ ਸੀ, ਉੱਥੋਂ ਰਿਜੈਕਟ ਹੋ ਗਿਆ ਇੰਡੀਆ। ਰਿਫਿਊਜੀ ਕੈਂਪ ਪਟਿਆਲੇ ਤੋਂ ਮੈਂ ਪੈਦਾ ਹੋ ਕੇ ਇੱਥੇ ਆਇਆ। ਮੈਂ ਲੰਡਨ ਤੇ ਆ ਕੇ ਮੈਂ ਮਿਹਨਤ ਕਰਕੇ ਮੈਨੂੰ 8 ਕੁਈਨ ਨੇ ਅਵਾਰਡ ਦਿੱਤੇ। ਸਭ ਤੋਂ ਜ਼ਿਆਦਾ ਮੈਨੂੰ ਅਵਾਰਡ ਕਿਸੇ ਅੰਗਰੇਜ਼ ਕੋਲ ਵੀ ਨਹੀਂ ਹੈਗੇ। ਤੁਹਾਡੀ ਸਿੱਖ ਕੌਮ ਦੀ ਮੈਂ ਨਾਂ ਰੋਸ਼ਨ ਕੀਤਾ ਹੈ, 130 ਕੰਟਰੀ ਬਿਜ਼ਨਸ ਬਣਾਈ ਹੈ, ਤੇ ਅੱਜ ਮੈਂ ਤੁਹਾਡੇ ਇੱਕ ਲਾਰਡਸ਼ਿਪ ਵੀ ਮਿਲੀ ਹੈ ਮੈਨੂੰ। ਇਹ ਇੱਕ ਬੀਇੰਗ ਏ ਪੋਜ਼ਿਟਿਵ, ਪ੍ਰੋਡਕਟਿਵ, ਸਿੰਸੀਅਰ, ਲੋਇਲ ਪਰਸਨ ਹੈ। ਚੰਗੀਆਂ ਕੁਆਲਿਟੀ ਨਾਲ ਬੰਦਾ ਚੰਗਾ ਬਣਦਾ ਹੈ, ਗੰਦੀਆਂ ਕੁਆਲਿਟੀ ਨਾਲ ਬੰਦਾ ਗੰਦਾ ਬਣਦਾ। ਤੇ ਮੇਰੀ ਬੱਚਿਆਂ ਨੂੰ ਨਾ ਤੁਸੀਂ ਆਪਣੇ ਨੂੰ ਤਬਾਹ ਕਰੋ। ਇੱਕ ਲਾਈਫ ਮਿਲਦੀ ਹੈ ਬੜੀ ਮੁਸ਼ਕਿਲ ਨਾਲ। ਮਾਨਸ ਕੀ ਜਾਤ, ਸਾਡੇ ਕਹਿੰਦੇ ਗੁਰੂ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਵੋ, ਅਸੀਂ ਸਾਰੇ ਇੱਕ ਹੈਗੇ। ਦਿਸ ਇਜ਼ ਵਾਈ ਸਾਡਾ ਧਰਮ ਜਿਹੜਾ ਹੈ, ਸਿੱਖ ਧਰਮ, ਇੰਨਾ ਯੂਨੀਕ ਹੈ, ਇੰਨਾ ਪਿਆਰਾ ਹੈ ਕਿ ਅਸੀਂ ਵੰਡਦੇ ਨਹੀਂ, ਅਸੀਂ ਜੋੜਦੇ ਹਾਂ, ਸਭ ਦੀ ਸੇਵਾ ਕਰਦੇ ਹਾਂ। ਜਨਾਨੀ ਨੂੰ ਇਕੁਆਲਿਟੀ ਗੁਰੂਆਂ ਨੇ ਸਭ ਡੇ 1 ਤੋਂ, ਗੁਰੂ ਨਾਨਕ ਦੇਵ ਜੀ ਨੇ ਕਿਹਾ ਥੈਂਕ ਯੂ ਮੰਦਾ ਖੇਜਨ ਜਨਮੇ ਰਾਜਾਨ। ਦੇਖੋ 1947 ਵਿੱਚ 2 ਕੰਟਰੀ ਬਣੀ ਸੀ। ਇੱਕ ਬਣੀ ਸੀ ਟੂ ਪ੍ਰਮੋਟ ਪੀਪਲ ਔਨ ਦ ਬੇਸਿਸ ਆਫ ਰਿਲੀਜਨ, ਇੱਕ ਬਣੀ ਸੀ ਟੂ ਪ੍ਰਮੋਟ ਪੀਪਲ ਰਿਗਾਰਡਲੈਸ ਆਫ ਰਿਲੀਜਨ। ਹੁਣ ਤੁਸੀਂ ਪਾਕਿਸਤਾਨ ਦਾ ਹਾਲ ਦੇਖੋ, ਉੱਥੇ ਰਿਲੀਜਨ ਨਾਲ ਲੋਕਾਂ ਨੂੰ, ਜਿਹੜੇ ਹਿੰਦੂ ਪਹਿਲੇ ਮੁਸਲਮਾਨਾਂ ਤੋਂ ਰਹਿੰਦੇ ਸਨ, ਹਿੰਦੂ ਵਰ ਬਿਫੋਰ ਮੁਸਲਮਾਨ, ਸਿੱਖ ਰਹਿੰਦੇ ਸੀ 500 ਸਾਲ ਦੇ, ਸਭ ਨੂੰ ਡੀਵੈਲਿਊ ਕਰਤਾ ਉਹਨਾਂ ਨੇ ਰਿਲੀਜਨ ਦੇ ਕਾਰਨ ਨਾਲ। ਉਹ ਸਾਰੇ ਆ ਗਏ ਇੰਡੀਆ 'ਚ, ਹੈ ਜੀ। ਪਾਕਿਸਤਾਨ ਖਾਲੀ ਹੋ ਗਿਆ, ਸੀਮੈਂਟ ਕੱਢ ਦਿੱਤਾ, ਰੇਤ ਰਹਿ ਗਈ। ਹੁਣ ਤੁਸੀਂ ਸਾਨੂੰ ਸੋਚੋ ਕਿ ਤੁਸੀਂ ਡੀਵੈਲਿਊ ਕਰੋਗੇ ਹਿੰਦੂਆਂ ਨੂੰ ਪੰਜਾਬ ਵਿੱਚ, ਖਾਲਿਸਤਾਨ 'ਚ ਉਹਨਾਂ ਨੂੰ ਕਰੋਗੇ, ਇਕੁਆਲਿਟੀ ਨਹੀਂ ਦਿਆਂਗੇ, ਤੇ ਉਹ ਛੱਡ ਕੇ ਚਲੇ ਜਾਣਗੇ, ਸਾਰੇ ਹਰਿਆਣੇ ਚਲੇ ਜਾਣਗੇ, ਹਿਮਾਚਲ ਚਲੇ ਜਾਣਗੇ, ਤੇ ਤੁਹਾਡੇ ਕੋਲ ਕੀ ਰਹਿ ਜਾਏਗਾ? ਕੁਛ ਵੀ ਨਹੀਂ ਰਹਿ ਜਾਏਗਾ। ਤੇ ਇਸ ਕਰਕੇ ਭਰਾਵੋ, ਲੋਕਾਂ ਨੂੰ ਵੈਲਕਮ ਕਰੋ ਪੰਜਾਬ ਪਿਆਰ ਦੇ ਨਾਲ, ਉਹਨਾਂ ਨੂੰ ਸਿਕਿਉਰਿਟੀ ਦਿਓ, ਉਹਨਾਂ ਨੂੰ ਦੱਸੋ ਕਿ ਤੁਸੀਂ ਇਸ ਸਟੇਟ 'ਚ ਆਪਣੀ ਇਨਵੈਸਟਮੈਂਟ ਕਰੋ, ਤੁਹਾਨੂੰ ਕਿਸੇ ਚੀਜ਼ ਦਾ ਖਤਰਾ ਨਹੀਂ। ਜੇ ਤੁਸੀਂ ਰਿਲੀਜਨ ਯੂਜ਼ ਕਰਨਾ ਹੈ, ਨਫ਼ਰਤ ਪਾਣੀ ਹੈ,
ਤੇ ਦੈਨ ਤੁਸੀਂ ਬੜਾ ਵੱਡਾ ਨੁਕਸਾਨ ਕਰੋਗੇ। ਪੰਜਾਬ ਦਾ ਜਨਰੇਸ਼ਨ ਨੰਬਰ 1 ਸਟੇਟ ਹੁੰਦੀ ਸੀ ਪੰਜਾਬ ਕਿਸੇ ਟਾਈਮ 'ਤੇ, ਹੁਣ ਉਹ ਨੰਬਰ 14 17ਵਾਂ ਹੋ ਗਈ ਹੈ। ਦੂਜੀਆਂ ਕੌਮਾਂ ਅੱਗੇ ਵਧ ਰਹੀਆਂ ਕਿ ਜਿੱਥੇ ਪੀਸ ਹੈ, ਹਾਰਮਨੀ ਹੈ, ਹਾਂਜੀ, ਯੂਨਿਟੀ ਹੈ, ਉਹ ਕੰਟਰੀ ਅੱਗੇ ਜਾਣਗੀਆਂ। ਜਿੱਥੇ ਆਪਸ ਵਿੱਚ ਲੜੀ ਜਾਓਗੇ ਤੇ ਉੱਥੇ ਕੁਝ ਨਹੀਂ ਹੈ। ਤੁਹਾਨੂੰ ਕੋਈ ਸਪੋਰਟ ਨਹੀਂ ਕਰਦਾ। ਜੇ ਤੁਹਾਡੀ ਦੇਖੋ ਪੰਜਾਬ ਨੇ ਆਪਣੀ ਗਵਰਨਮੈਂਟ ਚੇਂਜ ਕਰ ਲਈ ਨਾ, ਆਮ ਆਦਮੀ ਆ ਗਈ, ਦੈਟਸ ਦ ਬਿਊਟੀ ਆਫ ਇੰਡੀਆ। ਤੁਸੀਂ ਆਓ ਆਪਣੀ ਗਵਰਨਮੈਂਟ ਲਿਆਓ, ਜਿਸ ਤਰ੍ਹਾਂ ਪੰਜਾਬ ਚਲਾਣਾ ਹੈ। ਅਕਾਲੀਆਂ ਨੇ ਕਿੰਨੇ ਸਾਲ ਰਾਜ ਕੀਤਾ ਹੈ ਜੀ। ਦਾਅਵਾ ਤੇ ਸਰ ਉਹ ਕਹਿ ਰਹੇ, ਦਾਅਵਾ ਤਾਂ ਕਰ ਰਹੇ ਨੇ ਕਿ ਅਸੀਂ 2023 ਜਨਵਰੀ ਚ ਪੰਜਾਬ ਵਿੱਚ ਜਨਮਤ ਸੰਗ੍ਰਹ ਕਰਾਵਾਂਗੇ। आओ ना, आओ, वेलकम करो पंजाब के खुले सब वास्ते। आओ आओ, अपनी पार्टी बनाओ, पोलिटिकल बनाओ, खालिस्तान पार्टी बनाओ, ते आके लड़ाई इलेक्शन लड़ो। यूज बैलेट बॉक्स, नॉट बुलेट। बैलेट बॉक्स यूज करो डेमोक्रेटिकली। जे तुहाडे नाल बहुमत आंदी है, लोग तुहाडे नाल आंदे हैं, then you have a good policy, put policies forward and people will see कि तुहाडी पॉलिसी दे नाल देश ਨੂੰ ਭਲਾ ਹੁੰਦਾ ਕਿ ਨੁਕਸਾਨ ਹੁੰਦਾ। ਆਪੇ ਜਿਹੜੇ ਵੋਟਰ ਨੇ ਬੜੇ ਸਿਆਣੇ ਹੈ ਅੱਜ ਕੱਲ੍ਹ। ਤੇ ਮੇਰੇ ਭਰਾਵੋ, ਜਿਹੜੀ ਤੁਹਾਨੂੰ ਜੇ ਗਵਰਨਮੈਂਟ ਆਫ ਇੰਡੀਆ ਨੇ ਕੋਈ ਅਟੈਕ ਕੀਤਾ ਗੋਲਡਨ ਟੈਂਪਲ 'ਤੇ, ਉਹ ਗਲਤ ਕੰਮ ਸੀਗਾ। ਹਾਂਜੀ, ਉਹ ਅਸੀਂ ਦੂਜਾ ਗਲਤ ਨਹੀਂ ਕਰ ਸਕਦੇ। ਵਨ ਰੋਂਗ, ਜੇ ਇੱਕ ਗਲਤੀ ਕੀਤੀ ਬੜਾ ਨੁਕਸਾਨ ਹੋਏਗਾ। ਅਸੀਂ ਛੋਟੀ ਕੌਮ ਆ, ਸਾਨੂੰ ਜ਼ਿਆਦਾ ਨੁਕਸਾਨ ਹੋਏਗਾ। ਜੇ 98% ਦੂਜੇ ਨੇ, ਤੇ ਸਾਨੂੰ ਚਾਹੀਦਾ ਕਿ ਅਸੀਂ ਬੜੀ ਮਿਹਨਤੀ ਕੌਮ ਆ, ਬੜੇ ਮਾਡਰਨ ਰਿਲੀਜਨ, ਪ੍ਰੋਗਰੈਸਿਵ ਰਿਲੀਜਨ ਸਾਨੂੰ ਗੁਰੂ ਨੇ ਦਿੱਤਾ ਹੈ, ਤੇ ਅਸੀਂ ਹਿੰਦੁਸਤਾਨ ਦੀ ਸ਼ਾਨ ਹੈਗੇ। ਹਾਂਜੀ, ਤੇ ਸਾਨੂੰ ਸ਼ਾਨ ਬਣ ਕੇ ਰਹਾਂਗੇ। ਸਰ ਸਵਾਲ ਇਹ ਹੈ ਕਿ ਜਦੋਂ ਇਹ ਬ੍ਰਾਂਪਟਨ ਵਿੱਚ ਰੈਫਰੈਂਡਮ ਹੋ ਰਿਹਾ ਸੀ, ਕੈਨੇਡੀਅਨ ਐਮਪੀ ਡੀਨ ਐਡਿਸਨ ਟਵੀਟ ਕਰ ਰਹੇ ਸਨ, ਇਸ ਰੈਫਰੈਂਡਮ ਨੂੰ ਲੈ ਕੇ ਪੂਰੀ ਜਾਣਕਾਰੀ ਦੇ ਰਹੇ ਸਨ ਕਿ ਇੱਥੇ ਵੱਡਾ ਇਕੱਠ ਹੋ ਰਿਹਾ ਹੈ, ਸੋ ਗਲੋਰੀਫਾਈ ਕਰ ਰਹੇ ਸਨ। ਇੱਕ ਐਮਪੀ ਉੱਥੇ ਦੇ, ਯਾਨੀ ਕਿ ਸਿਰਫ ਵੋਟ ਬੈਂਕ ਦੀ ਪੋਲਿਟਿਕਸ ਲੱਗਦੀ ਹੈ। ਓਨਲੀ ਵੋਟ ਬੈਂਕ ਹੈ ਜੀ, ਓਨਲੀ। ਦੇਖੋ ਰਜਿੰਦਰ ਜੀ, ਘੋੜਾ ਘਾਹ ਨਾਲ ਦੋਸਤੀ ਕਰੇਗਾ, ਖਾਏਗਾ ਕੀ। ਮੈਂਬਰ ਆਫ ਪਾਰਲੀਮੈਂਟ ਹੈ ਨਾ, ਕੈਨੇਡਾ ਕੋਈ ਬੜਾ ਵੱਡਾ ਕੰਟਰੀ ਨਹੀਂ ਹੈਗਾ, ਤੇ ਜੇ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਬੜੀ ਘੱਟ ਹੈਗੀ, ਇਕਨੋਮੀ ਬੜੀ ਛੋਟੀ ਹੈਗੀ, ਤੇ ਇਸ ਕਰਕੇ ਉਹ ਜੇ ਉਹਨਾਂ ਨੇ ਇੱਕ ਦੂਜੇ ਨੂੰ ਕਹਿੰਦੇ ਮੋਰਲ ਸਪੋਰਟ ਦਿੱਤੀ ਹੈ, ਪਰ ਉਹਦਾ ਨੁਕਸਾਨ ਕੈਨੇਡਾ ਨੂੰ ਜ਼ਿਆਦਾ ਹੋਏਗਾ, ਕਿਉਂਕਿ ਇੰਡੀਆ ਕੈਨ ਆਫਰ ਲੋਟ ਮੋਰ than handful of Sikh can offer to any country. The only thing they can do is embarrassment. Embarrassment to them, embarrassment to their guru, embarrassment to their community, embarrassment to the host community. ਗਲਤ ਕੰਮਾਂ ਨਾਲ ਕੁਝ ਲੀਗਲ ਐਡਵਾਈਜ਼ਰ ਜਿਹੜੇ ਨੇ ਐਸਐਫਜੀ ਦੇ ਗੁਰਪਤਵੰਤ ਪੰਨੂ, ਉਹ ਜਿਹੜੇ ਨੇ ਉਹ ਪਾਕਿਸਤਾਨ ਤੋਂ ਸਮਰਥਨ ਮੰਗਦੇ ਫਿਰਦੇ ਨੇ। ਪਾਕਿਸਤਾਨੀ ਸਿੱਖਾਂ ਦਾ ਕੀ ਹਾਲ ਹੈ, ਇਸ ਤੇ ਕੋਈ ਗੱਲ ਨਹੀਂ। ਸਿੱਖ ਕੁੜੀਆਂ ਦਾ ਜਬਰਨ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ, ਔਰ ਉੱਥੇ ਹਾਲ ਕੀ ਹੋ ਰਿਹਾ ਉਸ ਬਾਰੇ ਕੋਈ ਗੱਲ ਨਹੀਂ। ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਉਸ ਬਾਰੇ ਕੋਈ ਗੱਲ ਨਹੀਂ। ਇੱਥੋਂ ਹੀ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਸੱਚੇ ਸਿੱਖ ਨਹੀਂ ਹੈਗੇ। ਜੇ ਤੜਫਦੇ ਨਹੀਂ ਪਏ ਕਿ ਜੋ ਸਿੱਖਾਂ ਨੂੰ ਪੰਜਾਬ ਵਿੱਚ, ਉੱਥੇ ਪਾਕਿਸਤਾਨ ਦੇ ਵਿੱਚ ਜ਼ਬਰਦਸਤੀ ਕੁੜੀਆਂ ਚੁੱਕ ਕੇ ਵਿਆਹ ਕਰਕੇ ਕਰਦੇ ਨੇ, ਕੋਈ ਤੁਸੀਂ ਦੇਖੋ, ਇੱਥੋਂ ਹੀ ਤੁਹਾਨੂੰ ਪਤਾ ਲੱਗ ਗਿਆ ਇਹ ਸਿੱਖ ਹੈ ਹੀ ਨਹੀਂ। ਸਿੱਖ ਹੁੰਦਾ ਜ਼ੁਲਮ ਦੇ ਅਗੇਂਸਟ ਖੜਾ ਹੁੰਦਾ। ਗੁਰੂ ਸਾਡੇ ਜ਼ੁਲਮ ਦੇ ਅਗੇਂਸਟ ਖੜੇ ਸੀ। ਜ਼ੁਲਮ ਸਹਿਣਾ ਤੇ ਜ਼ੁਲਮ ਕਰਨਾ ਦੋਵੇਂ ਪਾਪ ਨੇ ਗੁਰੂਆਂ ਦੇ ਬਰਾਬਰ, ਤੇ ਇਹ ਤੇ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਨੇ। ਤੇ ਤੁਹਾਨੂੰ ਇੱਥੇ ਪਤਾ ਲੱਗ ਜਾਣਾ ਕਿ ਇਹ ਸਿੱਖ ਨਹੀਂ ਹੈਗੇ, ਇਹ ਏਜੰਟ ਹੈਗੇ, ਪੈਸਾ ਲੈਂਦੇ ਨੇ ਤੇ ਉਹ ਬਸ ਕੰਮ ਕਰੀ ਜਾਂਦੇ ਫੋਰਨ ਪਾਵਰ ਦੇ। ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਤੁਹਾਡੀ ਕੀ ਗੱਲ ਹੋਈ ਸੀ ਰੈਫਰੈਂਡਮ ਨੂੰ ਲੈ ਕੇ? ਤੁਸੀਂ ਮਿਲੇ ਸੀ ਕੁਝ ਸਾਲ ਪਹਿਲੇ। ਇੱਥੇ ਜਦੋਂ ਰੈਫਰੈਂਡਮ ਵਾਸਤੇ ਆ ਰਹੇ ਸੀ ਤੇ ਮੈਂ ਬੋਰਿਸ ਜੌਨਸਨ ਪਾਰਲੀਮੈਂਟ ਪੁੱਛਿਆ ਸੀ ਕਿ ਸਾਡਾ ਗੌਰਮੈਂਟ ਦਾ, ਅਸੀਂ ਜਿਹੜੇ ਖਾਲਿਸਤਾਨੀ ਸੈਪਰੇਟ ਨੇ, ਸਾਡੀ ਗੌਰਮੈਂਟ ਉਹਨੂੰ ਸਪੋਰਟ ਕਰਦੀ ਹੈ। ਉਹ ਕਹਿੰਦਾ ਕਦੀ ਨਹੀਂ, ਬਿਲਕੁਲ ਨਹੀਂ ਕਰਦੇ ਅਸੀਂ ਸਪੋਰਟ, ਵੀ ਆਰ ਵਿਦ ਇੰਡੀਆ। ਹੁਣ ਇੰਡੀਆ ਤੇ ਯੂਕੇ ਦਾ ਫ੍ਰੀ ਟ੍ਰੇਡ ਹੋਣ ਵਾਲਾ ਹੈ, ਫ੍ਰੀ ਟ੍ਰੇਡ। ਇਟ ਵਿਲ ਬੀ ਦ ਮਦਰ ਆਫ ਆਲ ਫ੍ਰੀ ਟ੍ਰੇਡ। ਇਹ ਛੋਟੀ ਛੋਟੀ ਕੰਟਰੀਆਂ ਨਹੀਂ ਹੈਗਾ। ਨੰਬਰ 5 ਨੰਬਰ 6 ਇਕੋਨਮੀ ਆਫ ਦ ਵਰਲਡ। ਐਡੀ ਵੱਡੀ ਇਕੋਨਮੀਆਂ ਦੀ ਜਦੋਂ ਦੋਸਤੀ ਹੁੰਦੀ ਹੈ ਕਿ ਕਿੰਨਾ ਫਾਇਦਾ ਹੋਣਾ ਸਿੱਖਾਂ ਨੂੰ ਵੀ, ਹੈ ਜੀ। ਸਿੱਖਾਂ ਨੂੰ ਪੰਜਾਬ 'ਚ ਵੀ ਫਾਇਦਾ ਹੋਣਾ। ਫ੍ਰੀ ਟ੍ਰੇਡ, ਸਿੱਖ ਦੇ ਕੋਲ ਪਾਸਪੋਰਟ ਹੈ ਇੰਡੀਆ ਦਾ ਪਾਸਪੋਰਟ, ਸਲੂਟ ਪੈਂਦੇ ਜਿੱਥੇ ਮਰਜ਼ੀ ਜਾਏ। ਜਦੋਂ ਖਾਲਿਸਤਾਨ ਦਾ ਪਾਸਪੋਰਟ ਹੋਏਗਾ, ਜਿਹਦਾ ਨੇਪਾਲ ਦਾ ਜਾਂ ਬੰਦਾ ਜਾਂ ਭੂਟਾਨ ਦਾ ਜਾਂ ਸਿੱਕਮ ਦਾ ਬੰਦਾ, ਕੀ ਵੈਲਿਊ ਹੈ। ਤਾਂ ਇਹਨਾਂ ਨੂੰ ਚਾਹੀਦਾ, ਅੱਜ ਕੱਲ੍ਹ ਚੜ੍ਹਦੇ ਸੂਰਜ ਇਸਲਾਮ ਹੈ, ਗੁਰੂਆਂ ਨੇ ਇਹਨਾਂ ਨੂੰ ਬਚਾਇਆ। ਖਾਈਬਰ ਪਾਸ ਨੂੰ ਸਿੱਖਾਂ ਨੇ ਬੰਦ ਕਰਤਾ, ਜਿੱਥੋਂ ਆਉਂਦੇ ਸੀ ਨਾ। ਹਰੀ ਸਿੰਘ ਨਲਵਾ ਨੇ ਉੱਥੇ ਜਮਰੌਦ ਤੇ ਕਿਲ੍ਹਾ ਬਣਾਇਆ ਕਿ ਤੁਸੀਂ ਇੱਧਰ ਆਓਗੇ ਤੁਹਾਡੇ ਲੱਤਾਂ ਤੋੜ ਦੇਵਾਂਗੇ। ਜਿਹੜਾ ਪਿਸ਼ਾਵਰ ਹੈ ਤੇ ਆਲ ਨਾਰਥ ਵੈਸਟ ਜਿਹੜਾ ਏਰੀਆ ਹੈ ਪਾਕਿਸਤਾਨ ਦਾ, ਉਹ ਅਫਗਾਨਿਸਤਾਨ ਨੂੰ ਬਿਲੋਂਗ ਕਰਦਾ ਸੀ। ਸਿੱਖਾਂ ਨੇ ਉਹਨੂੰ ਐਨੈਕਸ ਕਰ ਲਿਆ ਕਿ ਤੁਸੀਂ ਨੇ, ਜੇ ਅੱਜ ਸਿੱਖਾਂ ਦਾ ਕਰਜ਼ਾ ਹੈ
ਇੰਡੀਆ ਦੇ ਉੱਤੇ, ਜੇ ਸਿਵਲਾਈਜੇਸ਼ਨ ਇੰਡੀਆ ਦੀ ਅੱਜ ਬਚੀ ਹੈ, ਡਾਈਵਰਸਿਟੀ ਇੰਡੀਆ 'ਚ ਬਚੀ ਹੈ, ਰਿਲੀਜੀਅਸ ਬਚਿਆ ਹੈ, ਟੋਲਰੈਂਸ, ਉਹ ਸਿੱਖਾਂ ਦੀਆਂ ਕੁਰਬਾਨੀਆਂ ਹੈ। ਉਹਨੂੰ ਨਾ ਵੇਸਟ ਕਰੋ ਮੇਰੇ ਭਰਾਵੋ, ਉਹਨੂੰ ਕੈਸ਼ ਕਰੋ। ਤੁਹਾਨੂੰ ਸਲੂਟ ਮਾਰਦੇ, ਤੁਹਾਡੀ ਇੰਨੀ ਇੱਜ਼ਤ ਹੈ, ਸਿੱਖ ਨੂੰ ਦੇਖ ਕੇ ਹਰ ਬੰਦਾ ਇੱਜ਼ਤ ਕਰਦਾ ਹੈ। ਮੈਨੂੰ ਯਾਦ ਆ, ਉਹ ਕਹਿੰਦੀ ਸੀ ਮਾਂ ਬੱਚੇ ਨੂੰ, ਕੁੜੀ ਨੂੰ, ਜਦੋਂ ਜਾਏਂਗੀ ਬੰਬੇ ਕਿ ਸਰਦਾਰ ਦੀ ਟੈਕਸੀ ਜਾਈ, ਸਰਦਾਰ ਜਿੱਥੇ ਤੈਨੂੰ ਮਿਲੇ, ਕੋਈ ਤਕਲੀਫ ਹੋਏ ਸਰਦਾਰ ਕੋਲ ਜਾਈ। ਸਾਡੀ ਰਿਪੂਟੇਸ਼ਨ ਉਹ ਬਣ ਚੁੱਕੀ ਹੈ ਗੁਰੂਆਂ ਕਰਕੇ, ਇਹਨੂੰ ਖਰਾਬ ਨਾ ਕਰੋ। ਤੁਸੀਂ ਤਾਂ ਚਲੇ ਜਾਣਾ ਹੈ, ਤੁਹਾਡੇ ਕੋਲ ਸਾਰੀ ਉਮਰ ਤਾਂ ਹੈ ਨਹੀਂ, ਤੁਸੀਂ ਕਈ ਤੁਹਾਡੇ ਤੋਂ ਪਹਿਲੇ ਚਲੇ ਗਏ। ਉਹ ਜਗਜੀਤ ਸਿੰਘ ਹੁੰਦਾ ਜਿਹੜਾ ਪ੍ਰੈਜ਼ੀਡੈਂਟ ਆਫ ਖਾਲਸਾ ਦੇ, ਉਹ ਵੀ ਚਲਾ ਗਿਆ, ਕਈ ਚਲੇ ਜਾਣਗੇ, ਅਸੀਂ ਵੀ ਚਲੇ ਜਾਣਾ ਹੈ। ਲੈਟਸ, ਕਹਿੰਦਾ ਅਸੀਂ ਆਏ ਸੀ ਖਾਲੀ ਹੱਥ, ਜਾਵਾਂਗੇ ਖਾਲੀ ਹੱਥ। ਇਨ ਬਿਟਵੀਨ ਵੀ ਕੈਨ ਮੇਕ ਏ ਲੈਗੇਸੀ ਆਪਣੇ ਸਰ ਬੱਚਿਆਂ ਨੂੰ। ਆਖਰੀ ਸਵਾਲ ਹੈ, ਜਿਹੜਾ ਗੁਰੂ ਘਰਾਂ ਦਾ ਇਸਤੇਮਾਲ ਕਰਦੇ ਨੇ ਆਪਣੀ ਮੁਹਿੰਮ ਲਈ, ਆਪਣੇ ਏਜੰਡੇ ਲਈ, ਬਾਹਰਲੇ ਮੁਲਕਾਂ 'ਚ, ਕੈਨੇਡਾ ਵਿੱਚ ਵੀ, ਹੋਰ ਬਾਹਰਲੇ ਮੁਲਕਾਂ ਵਿੱਚ, ਉਹ ਕਿੰਨਾ ਜਾਇਜ਼ ਹੈ? ਦੇਖੋ ਸਾਡੇ ਉਸ ਦੀ ਇਜਾਜ਼ਤ ਕਿਉਂ ਦਿੱਤੀ ਜਾਂਦੀ ਹੈ? देखो पता की है, ये कब्जा कर लेन खालिस्तानी गुरुद्वारे ने, तो कब्जा कर लेन, इससे डेमोक्रेटिक, क्योंकि जेडे पढ़े लिखे ज़्यादा मेहनती लोग, उन्होंने को टाइम ही है नहीं आजकल है जी। सारे फिर गुरुद्वारे उस तरह लाइक माइंडेड बंदे इकट्ठे हो जाते हैं, वो गुरुद्वारे को कब्जा करके फिर वो चलाते हैं जिस तरह जिन्नी उन्होंने सोच है। वो एक कहावत होती है अंग्रेजी की, पीपल कैन गिव यू वट दे हैव, जिन्नी उन्होंने अकल है वो हिसाब दे फिर उन्हें चलाना काम। गुरुआ ने सानू गुरु सिख बनाए ने कि बंदे चारों दरवाजे तो आओ, गुरु रब का नाम लो, कोई भेदभाव नहीं, कोई लैना नहीं, कोई पॉलिटिक्स नहीं, कोई हेटरेड नहीं। पर तुसी जे उत्थे हेटरेड शुरू करोगे तो बड़े चंगे बंदे गुरुद्वारे आना छड़ जाएंगे, तो गुरुद्वारे की फिर इनकम भी घट जाएगी, और गुरुद्वारे दे विच वो जो सेवा का भाव है वो भी खत्म हो जाएगा। तो दूर की इस सोचो। मुहिम ਨੂੰ किसी तरह कोई ठल पाई जा सकती है ਜਦੋਂ ਭਾਰਤ ਸਰਕਾਰ ਕੜਾ ਇਤਰਾਜ਼ ਜਤਾ ਰਹੀ ਹੈ? आप भी तबाह होए, बच्चे भी नाल तबाह होए, क्योंकि बच्चों ਨੂੰ भी ਤੁਸੀਂ ਕੋਈ ਅਕਲ ਦੇਣੀ ਹੈ ਨਾ, ਕੀ ਸਿਖਾ ਰਹੇ ਹੋ। ਲੰਡਨ ਵਿੱਚ ਵੀ ਸਰ ਇਕੱਠ ਹੋਇਆ ਸੀ, ਉਦੋਂ ਵੀ ਬੜੇ ਦਾਅਵੇ ਕੀਤੇ ਸੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਨੇ ਸੀ। 200 ਬੰਦੇ ਆਏ ਸੀ, ਉਹ ਵੀ ਬੇਇੱਜ਼ਤੀ ਕਰਕੇ ਚਲੇ ਗਏ, ਬਿਕੋਜ਼ ਦੇ ਹੈਵ ਨਥਿੰਗ ਟੂ ਲੂਜ਼। ਜਿਸ ਬੰਦੇ ਦੀ ਇੱਜ਼ਤ ਹੁੰਦੀ ਹੈ ਨਾ, ਉਹ ਦੁਬਾਰਾ ਕੰਮ ਨਹੀਂ ਕਰਦੇ। ਕੁਝ ਨਹੀਂ ਕਹਿੰਦੇ ਜੀ ਹੁਣ ਅਸੀਂ, ਸਾਡੀ ਇੱਜ਼ਤ ਹੈ ਨਹੀਂ ਤੇ ਜੋ ਮਰਜ਼ੀ ਕਰੀ ਜੇ, ਸਾਨੂੰ ਸਾਡੀ ਕਿਹੜਾ ਕੋਈ ਰਿਪਰੈਜ਼ੈਂਟੇਸ਼ਨ ਹੈ ਕਿ ਅਸੀਂ ਇਲੈਕਸ਼ਨ ਜਿੱਤਣੀ ਹੈ। ਸੈਲਫ ਅਪੁਆਇੰਟਡ ਲੀਡਰ ਨੇ, खुद ही बन जाते हैं कि मैं तुहानू ज़्यादा दवा दाँगा जी, गौरमेंट तो ज़्यादा तुहानू हक दवा दाँगा। वो भाई जिहड़ी कंट्री है सैकुलर डेमोक्रेटिक इक्वल सबनू है, तुहानू की ज़्यादा चाहिए है जी। वाई डू यू वांट एक्सट्रा कि तुसी कोई ज़्यादा यू नो कर रहे हो कमाई, जे तुहाडी स्टेट पंजाब ज़्यादा पैसा बना रही है तो तुहाडे कोल ही है, वो गौरमेंट थोड़ी लैके जा रही इंडिया की। तुसी चंगे रोड बना लो, चंगे पार्क बना लो, चंगे स्कूल बना लो, चंगी यूनिवर्सिटी बना लो, कि तुहाडी जेब जाए पैसा, ये गलत गल है। जे तुसी पैसा बनाना अपने वास्ते तो मेहनत करो, बिजनेस चलाओ, जॉबां करो, तो तुहाडा पैसा आएगा। लोगों के पैसे की अख ना रखो, कभी भी कोई अमीर नहीं होया किसी के पैसे के उत्ते अख रख के। अपने पैसे कमाओ जी, कहते हैं आप अपने आप को उत्ते चुको कि दुनिया तुहानू जय जयकार करे। बहुत बहुत धन्यवाद सर साडे नाल जुड़न लई और साडे वाहिगुरू जी का खालसा, वाहिगुरू जी की फतेह। थैंक यू सो मच। सत श्री अकाल।